ਪਿਆਰੇ ਵਿਦਿਆਰਥੀਓ, ਅੱਜ ਅਸੀਂ 9ਵੀਂ ਜਮਾਤ ਦਾ ਸਵਿਕਸ ਦਾ ਨਾਗਰਿਕ ਸ਼ਾਸਤਰ ਦਾ ਪਾਠ ਨੰਬਰ 9 ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਥਾਰ ਇਹਦੇ ਬਾਰੇ ਪਹਿਲਾਂ ਪੜ੍ਹਿਆ ਸੀਗਾ। ਤਾਂ ਇਹਦਾ ਅੱਜ ਅਸੀਂ ਅੱਗੇ ਜਿਹੜਾ ਹੈਗਾ ਲੋਕਤੰਤਰ ਦੀ ਸੁਨਹਿਰੀ ਯੁੱਗ ਵੀ ਇਹਦਾ ਪੜ੍ਹਿਆ ਸੀ। ਤਾਂ ਅਸੀਂ ਲੋਕਤੰਤਰ ਦੀ ਸਥਾਪਨਾ ਅਤੇ ਲੋਕਤੰਤਰਤਾ ਵੱਲ ਵੱਧਦੇ ਕਦਮ ਨੂੰ ਲੈ ਕੇ ਚੱਲਾਂਗੇ। ਅਤੇ ਅੱਜ ਅਸੀਂ ਇਸ ਪਾਠ ਦੇ ਵਿੱਚ ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਥਾਰ, ਤਾਂ ਇਸ ਦੇ ਵਿੱਚ ਲੋਕਤੰਤਰਤਾ ਵੱਲ ਵੱਧਦੇ ਕਦਮਾਂ ਦੀ ਗੱਲ ਕਰਾਂਗੇ। ਤਾਂ ਅਸੀਂ ਪੜ੍ਹਿਆ ਸੀਗਾ ਕਿ ਪ੍ਰਾਚੀਨ ਕਾਲ ਤੋਂ ਹੀ ਲੈ ਕੇ ਆਧੁਨਿਕ ਕਾਲ ਤੱਕ ਵਿਸ਼ਵ ਵਿੱਚ ਕਈ ਪ੍ਰਕਾਰ ਦੀਆਂ ਸ਼ਾਸਨ ਪ੍ਰਣਾਲੀਆਂ ਪ੍ਰਚਲਿਤ ਸਨ, ਜਿਨ੍ਹਾਂ ਦੇ ਵਿੱਚ ਰਾਜਤੰਤਰ, ਸੱਤਾਵਾਦੀ, ਸਰਬ ਸੱਤਾਵਾਦੀ, ਤਾਨਾਸ਼ਾਹੀ ਅਤੇ ਸੈਨਿਕ ਤਾਨਾਸ਼ਾਹੀ ਪ੍ਰਮੁੱਖ ਸਨ। ਪਰ ਅਜੋਕੇ ਯੁੱਗ ਦਾ ਜਿਹੜਾ ਅਜੋਕੇ ਯੁੱਗ ਨੂੰ ਲੋਕਤੰਤਰ ਦਾ ਯੁੱਗ ਮੰਨਿਆ ਜਾਂਦਾ ਹੈ। ਦੁਨੀਆ ਭਰ ਦੇ ਬਹੁਗਿਣਤੀ ਦੇਸ਼ਾਂ ਨੇ ਲੋਕਤੰਤਰਤਾ ਨੂੰ ਅਪਣਾ ਲਿਆ। ਲੋਕਤੰਤਰੀ ਸ਼ਾਸਨ ਪ੍ਰਣਾਲੀ ਅੱਜ ਦੇ ਯੁੱਗ ਵਿੱਚ ਬਹੁਤ ਹੀ ਹਰਮਨ ਪਿਆਰੀ ਹੋ ਚੁੱਕੀ ਹੈ। ਜਿਨ੍ਹਾਂ ਦੇਸ਼ਾਂ ਵਿੱਚ ਲੋਕਤੰਤਰਤਾ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਇਆ ਗਿਆ, ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਵੀ ਆਪਣੇ ਆਪ ਨੂੰ ਲੋਕਤੰਤਰੀ ਕਹਾਉਣ ਦਾ ਦਾਅਵਾ ਕਰਦੀਆਂ ਹਨ। ਇਸ ਤੋਂ ਬਾਅਦ ਅਸੀਂ ਪੜ੍ਹਿਆ ਸੀਗਾ ਕਿ ਯੂਨਾਨ ਅਤੇ ਰੋਮਨ ਦਾ ਪ੍ਰਾਚੀਨ ਕਾਲ ਜਿਹੜਾ ਸੀਗਾ, ਤਾਂ ਵਿਸ਼ਵ ਵਿੱਚ ਲੋਕਤੰਤਰ ਦਾ ਆਰੰਭ ਯੂਨਾਨ ਦੇ ਰੋਮਨ ਗਣਰਾਜਾਂ ਤੋਂ ਹੋਇਆ। ਪ੍ਰਾਚੀਨ ਯੂਨਾਨ ਦੇ ਨਗਰ ਰਾਜਾਂ ਵਿੱਚ ਸਿੱਧਾ ਜਾਂ ਪ੍ਰਤੱਖ ਲੋਕਤੰਤਰ ਪ੍ਰਚਲਿਤ ਸੀ। ਇਹਨਾਂ ਰਾਜਾਂ ਦੀ ਆਬਾਦੀ ਬਹੁਤ ਘੱਟ ਹੁੰਦੀ ਸੀ। ਰਾਜ ਦੇ ਨਾਗਰਿਕ ਸਿੱਧੇ ਤੌਰ 'ਤੇ ਪ੍ਰਸ਼ਾਸਨਿਕ ਨੀਤੀਗਤ ਫੈਸਲੇ ਲੈਂਦੇ ਸਨ। ਆਪਣੇ ਰਾਜ ਦੀਆਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਮੱਸਿਆਵਾਂ ਹੱਲ ਕਰਨ ਲਈ ਹਰ ਇੱਕ ਨਾਗਰਿਕ ਜਿਹੜਾ ਸੀਗਾ ਉਹ ਕਾਨੂੰਨ ਬਣਾਉਣ ਦੇ ਵਿੱਚ, ਸਰਵਜਨਕ ਨੀਤੀਆਂ ਦੇ ਵਿੱਚ ਅਤੇ ਨਿਰਣਾ ਕਰਨ ਦੇ ਵਿੱਚ ਉਸ ਦਾ ਯੋਗਦਾਨ ਹੁੰਦਾ ਸੀ। ਰਾਜ ਦਾ ਜਿਹੜਾ ਵਾਰਸ਼ਿਕ ਬਜਟ ਸੀ, ਉਸ ਵਾਰਸ਼ਿਕ ਬਜਟ ਨੂੰ ਪਾਸ ਕਰਨ ਦੇ ਵਿੱਚ ਵੀ ਸਿੱਧੇ ਤੌਰ 'ਤੇ ਨਾਗਰਿਕ ਭਾਗ ਲੈਂਦੇ ਸੀ। ਪਰ ਇਹ ਲੋਕਤੰਤਰ ਜਿਹੜਾ ਸੀਗਾ ਸੀਮਿਤ ਲੋਕਤੰਤਰ ਸੀ, ਕਿਉਂਕਿ ਇਹਨਾਂ ਨਗਰ ਰਾਜਾਂ ਵਿੱਚ ਸਮਾਜ ਦਾ ਇੱਕ ਬਹੁਤ ਵੱਡਾ ਭਾਗ ਜਿਹੜਾ ਗੁਲਾਮ ਸੀ। ਉਹਨਾਂ ਗੁਲਾਮਾਂ ਨੂੰ ਵੋਟ ਦਾ ਅਧਿਕਾਰ ਨਹੀਂ ਸੀਗਾ ਜਾਂ ਰਾਏ ਦਾ ਅਧਿਕਾਰ ਨਹੀਂ ਸੀ, ਜਿਨ੍ਹਾਂ ਨੂੰ ਪ੍ਰਸ਼ਾਸਨ ਦੇ ਕੰਮਾਂ ਵਿੱਚ ਭਾਗ ਨਹੀਂ ਲੈਣ ਦਿੱਤਾ ਜਾਂਦਾ ਸੀ। ਰੋਮਨ ਰਾਜਾਂ ਵਿੱਚ ਭਾਵੇਂ ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ, ਪਰ ਰਾਜਾ ਪ੍ਰਸ਼ਾਸਨ ਜਿਹੜਾ ਸੀਗਾ ਉਹ ਆਪਣੀ ਇੱਛਾ ਅਨੁਸਾਰ ਚਲਾਉਂਦਾ ਸੀ। ਸਿਧਾਂਤਕ ਤੌਰ 'ਤੇ ਜੇ ਦੇਖੀਏ ਤਾਂ ਰਾਜੇ ਦੀ ਜਿਹੜੀ ਹੈਗੀ, ਰਾਜੇ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਸਨ, ਪਰ ਅਸਲੀ ਰੂਪ ਵਿੱਚ ਰਾਜਾ ਜਿਹੜਾ ਹੈਗਾ ਉਹ ਆਪਣੀ ਇੱਛਾ ਅਨੁਸਾਰ ਹੀ ਪ੍ਰਸ਼ਾਸਨ ਚਲਾਉਂਦਾ ਸੀ। ਇਸੇ ਤਰ੍ਹਾਂ ਅਸੀਂ ਭਾਰਤ ਦੇ ਪ੍ਰਾਚੀਨ ਕਾਲ ਦੀ ਗੱਲ ਕਰੀਏ ਤਾਂ ਪ੍ਰਾਚੀਨ ਕਾਲ ਦੇ ਵਿੱਚ ਭਾਰਤ ਦੇ ਵਿੱਚ ਵੀ ਮੰਡਲਮ, ਬਲਾਡੂ, ਨਾਇਡੂ ਅਤੇ ਊਰ ਜਿਹੜੇ ਹੈਗੇ ਪ੍ਰਸ਼ਾਸਨਿਕ ਇਕਾਈਆਂ ਸੀਗੀਆਂ। ਇਹ ਸਾਰਾ ਕੁਛ ਚੌਲ ਵੰਸ਼ ਦੇ ਰਾਜ ਕਾਲ ਦੇ ਵਿੱਚ ਹੇਠਲੇ ਪੱਧਰ 'ਤੇ ਲੋਕਤੰਤਰ ਦੀਆਂ ਉਦਾਹਰਨਾਂ ਦੇ ਵਿੱਚ ਸਾਨੂੰ ਮਿਲਦਾ ਸੀ। ਇਹ ਪੜ੍ਹਿਆ ਸੀਗਾ। ਤਾਂ ਊਰ ਜਿਹੜਾ ਸੀਗਾ ਤਾਂ ਊਰ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਸੀਗੀ, ਜਿਹੜੀ ਕਿ ਅੱਜ ਕੱਲ੍ਹ ਦੇ ਪਿੰਡਾਂ ਦੀ ਤਰ੍ਹਾਂ ਸੀ। ਤਾਂ ਉਸ ਦੇ ਵਿੱਚ 30 ਮੈਂਬਰ ਦੀ ਕਮੇਟੀ ਇੱਕ ਸਾਲ ਲਈ ਉਸ ਪਿੰਡ ਦੇ ਬਾਲਗਾਂ ਦੁਆਰਾ ਚੁਣ ਕੇ ਬਣਾਈ ਜਾਂਦੀ ਸੀ। ਤਾਂ ਊਰ ਨੂੰ 30 ਵਾਰਡਾਂ ਵਿੱਚ ਵੰਡਿਆ ਜਾਂਦਾ ਸੀਗਾ। ਹਰ ਵਾਰਡ ਵਿੱਚ ਇੱਕ ਮੈਂਬਰ ਚੁਣਿਆ ਜਾਂਦਾ ਸੀ ਅਤੇ ਹਰ ਵਾਰਡ ਦੇ ਲੋਕ ਇੱਕ ਤੋਂ ਵੱਧ ਉਮੀਦਵਾਰਾਂ ਦਾ ਨਾਂ ਦੀ ਸਿਫਾਰਿਸ਼ ਕਰਦੇ ਸੀ। ਇਹ ਉਮੀਦਵਾਰਾਂ ਦੇ ਨਾਂ ਜਿਹੜੇ ਸੀਗੇ ਉਹਨਾਂ ਨੂੰ ਪਾਮ ਦੇ ਪੱਤਿਆਂ 'ਤੇ ਲਿਖ ਕੇ ਇੱਕ ਡੱਬੇ ਵਿੱਚ ਪਾ ਦਿੰਦੇ ਸੀ ਅਤੇ ਫਿਰ ਡੱਬੇ ਵਿੱਚੋਂ ਕੋਈ 30 ਪਾਮ ਦੇ ਪੱਤੇ ਵਾਰੀ ਕਿਸੇ ਬੱਚੇ ਦੁਆਰਾ ਕਢਵਾਏ ਜਾਂਦੇ ਸੀ। ਤਾਂ ਇਸ ਤਰ੍ਹਾਂ ਜਿਨ੍ਹਾਂ ਦੇ ਨਾਂ ਉਹਨਾਂ ਪਾਮ ਦੇ ਪੱਤਿਆਂ 'ਤੇ ਪਹਿਲਾਂ ਬੱਚੇ ਦੁਆਰਾ ਡੱਬੇ ਵਿੱਚੋਂ ਬਾਹਰ ਕੱਢੇ ਜਾਂਦੇ ਸੀ, ਉਹਨਾਂ ਨੂੰ ਮੈਂਬਰ ਮੰਨ ਲਿਆ ਜਾਂਦਾ ਸੀਗਾ। ਇਸ ਚੋਣ ਢੰਗ ਨੂੰ ਕੁਦੂਬਲਾਈ ਵੀ ਕਿਹਾ ਜਾਂਦਾ ਸੀ। ਪਰ ਕੁੱਲ ਮਿਲਾ ਕੇ ਪ੍ਰਾਚੀਨ ਭਾਰਤ ਵਿੱਚ ਲੋਕਤੰਤਰ ਸਥਾਪਿਤ ਨਹੀਂ ਹੋ ਸਕਿਆ, ਕਿਉਂਕਿ ਪ੍ਰਸ਼ਾਸਨਿਕ ਕਮੇਟੀਆਂ ਪਿੰਡਾਂ ਦਾ ਪ੍ਰਬੰਧ ਚਲਾਉਣ ਲਈ ਫੈਸਲੇ ਆਮ ਤੌਰ 'ਤੇ ਦਰੱਖਤਾਂ ਜਾਂ ਮੰਦਰਾਂ ਦੇ ਵਿਹੜਿਆਂ ਵਿੱਚ ਆਪਣੀ ਮਰਜ਼ੀ ਨਾਲ ਲੈਂਦੀਆਂ ਸਨ। ਇਸ ਤੋਂ ਬਾਅਦ ਅਸੀਂ ਮੱਧਕਾਲ ਦੀ ਗੱਲ ਕੀਤੀ ਸੀਗੀ। ਤਾਂ ਮੱਧਕਾਲ ਦੇ ਵਿੱਚ ਜਿਹੜਾ ਸੀਗਾ ਯੂਰਪ ਵਿੱਚ 5ਵੀਂ ਸਦੀ ਤੋਂ 15ਵੀਂ ਸਦੀ ਤੱਕ ਦੇ ਫਾਸਲੇ ਨੂੰ ਮੱਧਕਾਲ, ਜਦਕਿ ਭਾਰਤ ਵਿੱਚ ਇਹ ਕਾਲ 7ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਮੰਨਿਆ ਜਾਂਦਾ। ਇਸ ਕਾਲ ਨੂੰ ਸਮੰਤਵਾਦ ਦਾ ਕਾਲ ਵੀ ਕਿਹਾ ਜਾਂਦਾ ਹੈ, ਕਿਉਂਕਿ ਸਮੰਤ ਜਿਹੜੇ ਸੀਗੇ ਉਹ ਇੱਕ ਆਰਥਿਕ ਅਤੇ ਸਮਾਜਿਕ ਵਿਵਸਥਾ ਸੀ। ਰਾਜਾ ਸਮੰਤਾਂ ਨੂੰ ਭੂਮੀ ਵੰਡ ਦਿੰਦਾ ਸੀ, ਭੂਮੀ ਬਦਲੇ ਰਾਜਾ ਸਮੰਤਾਂ ਤੋਂ ਸੈਨਿਕ ਅਤੇ ਆਰਥਿਕ ਸਹਾਇਤਾ ਪ੍ਰਾਪਤ ਕਰਦਾ ਸੀ। ਸਮੰਤ ਅੱਗੇ ਕਾਸ਼ਤਕਾਰਾਂ ਨੂੰ ਭੂਮੀ ਵੰਡਦੇ ਸੀ ਅਤੇ ਕਾਸ਼ਤਕਾਰਾਂ ਨੂੰ ਭੂਮੀ ਦੀ ਉਪਜ ਦਾ ਬਹੁਤ ਥੋੜ੍ਹਾ ਹਿੱਸਾ ਦਿੱਤਾ ਜਾਂਦਾ ਸੀ। ਉਹਨਾਂ ਕਾਸ਼ਤਕਾਰਾਂ 'ਤੇ ਜ਼ੁਲਮ ਕੀਤਾ ਜਾਂਦਾ ਸੀਗਾ ਅਤੇ ਇਸ ਜਿਹੜਾ ਯੁੱਗ ਸੀਗਾ ਇਹਨੂੰ ਹਨੇਰ ਦਾ ਯੁੱਗ ਵੀ ਕਿਹਾ ਜਾਂਦਾ। ਇਸ ਯੁੱਗ ਦੇ ਵਿੱਚ ਲੋਕਤੰਤਰ ਦੇ ਕੋਈ ਅੰਸ਼ ਨਹੀਂ ਮਿਲਦੇ, ਆਮ ਜਨਤਾ ਨੂੰ ਕੋਈ ਵੀ ਅਧਿਕਾਰ ਪ੍ਰਾਪਤ ਨਹੀਂ ਸੀ। ਇਸ ਯੁੱਗ ਦੇ ਅੰਤ ਵਿੱਚ ਪੁਨਰ ਜਾਗਰਤੀ ਦੀ ਜਿਹੜੀ ਲਹਿਰ ਸ਼ੁਰੂ ਹੋਈ, ਫਿਰ ਇਸ ਕਾਲ ਵਿੱਚ ਲੋਕਤੰਤਰ ਦਾ ਉਭਾਰ ਨਹੀਂ ਹੋ ਸਕਿਆ, ਕਿਉਂਕਿ ਇਸ ਯੁੱਗ ਦੇ ਹਾਲਾਤ ਸਾਮੰਤਵਾਦ ਦੇ ਪੱਖ ਸਨ। ਇਸ ਤੋਂ ਬਾਅਦ ਅਸੀਂ ਗੱਲ ਕੀਤੀ ਸੀ ਆਧੁਨਿਕ ਕਾਲ ਦੀ। ਤਾਂ ਆਧੁਨਿਕ ਕਾਲ ਦੇ ਰਾਜਿਆਂ ਦਾ ਜਿਹੜੀਆਂ ਨਿਰੰਕੁਸ਼ ਅਤੇ ਦਮਨਕਾਰੀ ਨੀਤੀਆਂ ਵਿਰੁੱਧ ਯੂਰਪ ਵਿੱਚ ਵਿਰੋਧੀ ਵਰਕੇਰਾ ਸ਼ੁਰੂ ਹੋਈ ਸੀਗੀ। ਮੌਂਟੈਸਕਿਊ, ਵੋਲਟੇਅਰ ਅਤੇ ਰੂਸੋ ਵਰਗੇ ਵਿਦਵਾਨ ਜਿਹੜੇ ਸੀ, ਉਹਨਾਂ ਦੇ ਨਵੇਂ ਵਿਚਾਰਾਂ ਨੇ ਰਾਜਿਆਂ ਦੀ ਜਨਤਾ ਉੱਤੇ ਪਕੜ ਨੂੰ ਕਮਜ਼ੋਰ ਕੀਤਾ। ਰਾਜਿਆਂ ਦੇ ਜਿਹੜੇ ਦੈਵੀ ਅਧਿਕਾਰ ਸੀਗੇ, ਰਾਜਿਆਂ ਦੇ ਦੈਵੀ ਅਧਿਕਾਰਾਂ ਨੂੰ ਇੰਗਲੈਂਡ ਦੀ ਸੰਸਦ ਨੇ ਚੁਣੌਤੀ ਦਿੱਤੀ। ਰਾਜਤੰਤਰ ਨੂੰ ਸੰਵਿਧਾਨਕ ਬਣਾਉਣ ਦੇ ਉਦੇਸ਼ ਨਾਲ ਰਾਜੇ ਦੀਆਂ ਸ਼ਕਤੀਆਂ ਨੂੰ ਕਾਫੀ ਹੱਦ ਤੱਕ ਸੀਮਿਤ ਕਰ ਦਿੱਤਾ ਗਿਆ ਸੀ। ਆਖਰ ਵਿੱਚ ਸੰਸਦੀ ਲੋਕਤੰਤਰ ਦੀ ਜਿੱਤ ਹੋਈ। ਇੰਗਲੈਂਡ ਨੇ ਦੁਨੀਆ ਦੇ ਲੋਕਾਂ ਨੂੰ ਸੰਸਦੀ ਲੋਕਤੰਤਰ ਅਪਣਾਉਣ ਲਈ ਪ੍ਰੇਰਿਆ ਅਤੇ ਲੋਕਤੰਤਰੀ ਆਦਰਸ਼ ਨੂੰ ਸਥਾਪਿਤ ਕੀਤਾ। ਤਾਂ ਇਸ ਤੋਂ ਬਾਅਦ ਅਸੀਂ ਪੜ੍ਹਿਆ ਸੀਗਾ
ਕਿ ਲੋਕਤੰਤਰ ਵਿੱਚ ਸ਼ਾਸਨ ਕਰਨ ਦੀ ਜਿਹੜੀ ਅੰਤਿਮ ਸ਼ਕਤੀ ਹੈ ਉਹ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਈ। ਤਾਂ ਉਸ ਤੋਂ ਬਾਅਦ ਅਸੀਂ 20ਵੀਂ ਸਦੀ ਦੀ ਗੱਲ ਕੀਤੀ ਸੀਗੀ। ਤਾਂ 20ਵੀਂ ਸਦੀ ਦੇ ਵਿੱਚ ਲੋਕਤੰਤਰ ਦਾ 20ਵੀਂ ਸਦੀ ਨੂੰ ਲੋਕਤੰਤਰ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ, ਕਿਉਂਕਿ ਯੂਰਪ ਦੇ ਜਿਹੜੇ ਲੋਕਾਂ ਦਾ ਲੋਕਤੰਤਰ ਵਿੱਚ ਰੁਝਾਨ ਸ਼ੁਰੂ ਹੋਇਆ। ਬ੍ਰਿਟਿਸ਼ ਅਤੇ ਅਮਰੀਕਾ ਨੇ ਕਿਹਾ ਕਿ ਪਹਿਲਾ ਮਹਾਂਯੁੱਧ ਜਿਹੜਾ 1914 ਤੋਂ 1918 ਤੱਕ ਚੱਲਿਆ ਸੀਗਾ, ਲੋਕਤੰਤਰ ਦੀ ਸੁਰੱਖਿਆ ਅਤੇ ਆਤਮ ਨਿਰਮੈ ਦੇ ਸਿਧਾਂਤ 'ਤੇ ਹੀ ਲੜਿਆ ਗਿਆ ਸੀਗਾ। ਪਹਿਲੇ ਮਹਾਂਯੁੱਧ ਤੋਂ ਬਾਅਦ ਕਈ ਨਵੇਂ ਦੇਸ਼ ਹੋਂਦ ਵਿੱਚ ਆਏ ਸੀਗੇ। ਇਹਨਾਂ ਦੇਸ਼ਾਂ ਨੇ ਲੋਕਤੰਤਰ ਪ੍ਰਣਾਲੀ ਅਪਣਾਉਣ 'ਤੇ ਹੀ ਤਰਜੀਹ ਦਿੱਤੀ ਸੀਗੀ। ਤਾਂ ਇਹ ਸਾਡਾ ਲੋਕਤੰਤਰਤਾ ਦਾ ਸੁਨਹਿਰੀ ਯੁੱਗ ਜਿਹੜਾ ਹੈਗਾ ਉਹ 20ਵੀਂ ਸਦੀ ਨੂੰ ਮੰਨਿਆ ਜਾਂਦਾ। ਇਸ ਤੋਂ ਬਾਅਦ ਅਸੀਂ ਪੜ੍ਹਿਆ ਸੀਗਾ ਕਿ ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਵੱਲ ਵੱਧਦੇ ਕਦਮ। ਤਾਂ ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਵੱਲ ਵੱਧਦੇ ਕਦਮਾਂ ਦੀ ਗੱਲ ਅਸੀਂ ਚਿਲੀ ਦੀ ਗੱਲ ਕੀਤੀ ਸੀ। 1970 ਵਿੱਚ ਐਲੈਂਡੇ ਜਿਹੜਾ ਰਾਸ਼ਟਰਪਤੀ ਚੁਣਿਆ ਗਿਆ ਸੀਗਾ। 11 ਸਤੰਬਰ 1973 ਨੂੰ ਐਲੈਂਡੇ ਵਿਰੁੱਧ ਸੈਨਿਕ ਸਾਜ਼ਿਸ਼ ਕੀਤੀ ਗਈ ਅਤੇ ਐਲੈਂਡੇ ਨੂੰ ਜਿਹੜਾ ਰਾਸ਼ਟਰਪਤੀ ਭਵਨ ਸੀਗਾ ਉਹਦੇ ਵਿੱਚ ਹੀ ਘੇਰ ਕੇ ਉਸ ਨੂੰ ਮਤਲਬ ਸੈਨਿਕ ਹਮਲੇ ਵਿੱਚ ਐਲੈਂਡੇ ਦੀ ਮੌਤ ਹੋ ਗਈ ਸੀ ਅਤੇ ਸੱਤਾ ਮਿਲਟਰੀ ਕਮਾਂਡਰ ਪਿਨੋਸ਼ ਦੇ ਹੱਥਾਂ 'ਚ ਆ ਗਈ ਸੀ। ਤਾਂ ਪਿਨੋਸ਼ ਲਗਭਗ 17 ਸਾਲ ਉਹ ਸੈਨਿਕ ਤਾਨਾਸ਼ਾਹ ਬਣਿਆ ਰਿਹਾ। ਇਸ ਕਾਲ ਦੌਰਾਨ ਜਿਹੜਾ ਲੋਕਤੰਤਰ ਦੇ ਸਮਰਥਕ ਸੀ ਉਹਨਾਂ ਦੇ ਉੱਪਰ ਵੀ ਫੌਜੀ ਅਫਸਰਾਂ ਨੂੰ, ਲੋਕਤੰਤਰ ਦੇ ਸਮਰਥਕਾਂ ਨੂੰ ਅਤੇ ਉਹਨਾਂ ਦੇ ਫੌਜੀ ਅਫਸਰਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਅਤੇ ਜਿਨ੍ਹਾਂ ਨੇ ਸੈਨਿਕ ਸਾਜ਼ਿਸ਼ ਵਿੱਚ ਭਾਗ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ, ਇਹਨਾਂ ਵਿੱਚ ਚਿੱਲੀ ਹਵਾਈ ਸੈਨਾ ਦਾ ਇੱਕ ਕਮਾਂਡਰ ਜਨਰਲ ਐਲਬਰਟੋ ਬੈਚਲਰ ਵੀ ਸੀਗਾ। ਜਨਰਲ ਬੈਚਲਰ ਦੀ ਲੜਕੀ ਮਿਸਲ ਅਤੇ ਪਤਨੀ ਨੂੰ ਵੀ ਕੈਦ ਕਰ ਲਿਆ ਗਿਆ ਸੀ। ਤਾਂ ਇੱਥੋਂ ਬਾਅਦ ਅਸੀਂ ਅੱਜ ਪੜ੍ਹਾਂਗੇ ਚਿੱਲੀ ਵਿੱਚ ਲੋਕਤੰਤਰ ਦੀ ਮੁੜ ਬਹਾਲੀ। ਤਾਂ ਇਹ ਸਾਡਾ ਅੱਜ ਦਾ ਟੌਪਿਕ ਹੈ ਕਿ ਚਿੱਲੀ ਵਿੱਚ ਲੋਕਤੰਤਰ ਦੀ ਮੁੜ ਬਹਾਲੀ। ਤੋਂ ਬਾਅਦ ਅਸੀਂ ਪੋਲੈਂਡ ਦੇ ਵਿੱਚ ਲੋਕਤੰਤਰ ਬਾਰੇ ਗੱਲ ਕਰਾਂਗੇ। ਤਾਂ ਪਿਨੋਸ਼ ਦੀ ਜਿਹੜੀ ਸੈਨਿਕ ਤਾਨਾਸ਼ਾਹੀ ਸੀਗੀ 1988 ਵਿੱਚ ਉਹਦਾ ਅੰਤ ਹੋਇਆ। ਜਦੋਂ ਉਹਨੇ ਜਨਮਤ ਸੰਗ੍ਰਹਿ ਕਰਵਾਇਆ, ਉਹਦਾ ਨਿਸ਼ਚਾ ਕੀਤਾ ਜਨਮਤ ਜਿਹੜਾ ਸੀ ਸੰਗ੍ਰਹਿ ਕਰਵਾਉਣ ਦਾ। ਤਾਂ ਪਿਨੋਸ਼ ਨੂੰ ਭਰੋਸਾ ਸੀਗਾ ਕਿ ਜਨਤਾ ਉਹਨੂੰ ਸੱਤਾ 'ਤੇ ਕਾਬਜ਼ ਰਹਿਣ ਲਈ ਹੀ ਹਾਂ ਕਰੇਗੀ, ਪਰ ਜਨਤਾ ਆਪਣੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਭੁੱਲੀ ਨਹੀਂ ਸੀਗੀ। ਪਿਨੋਸ਼ ਤਾਨਾਸ਼ਾਹ ਸੀਗਾ, ਤਾਂ ਪਿਨੋਸ਼ ਦੀ ਤਾਨਾਸ਼ਾਹੀ ਨੂੰ ਵੀ ਲੋਕਾਂ ਨੂੰ ਪਤਾ ਸੀਗਾ। ਤਾਂ ਇਸ ਲਈ ਜਿਹੜਾ ਜਨਮਤ ਸੰਗ੍ਰਹਿ ਸੀ ਉਹ ਪਿਨੋਸ਼ ਦੇ ਵਿਰੁੱਧ ਸਾਬਤ ਹੋਇਆ। ਪਿਨੋਸ਼ ਨੂੰ ਸੈਨਿਕ ਤਾਨਾਸ਼ਾਹ ਵਜੋਂ ਗੱਦੀ ਛੱਡਣ ਲਈ ਤਾਂ ਜਨਤਾ ਨੇ ਮਜਬੂਰ ਕਰਤਾ। ਤਾਂ ਉਦੋਂ ਪਿਨੋਸ਼ ਨੂੰ ਗੱਦੀ ਛੱਡਣੀ ਪਈ। ਉਦੋਂ ਤੋਂ ਲੈ ਕੇ ਚਿੱਲੀ ਵਿੱਚ 4 ਵਾਰ ਜਿਹੜਾ ਸੀਗਾ ਚੋਣਾਂ ਹੋ ਚੁੱਕੀਆਂ ਸੀ, ਜਿਨ੍ਹਾਂ ਵਿੱਚ ਵੱਖ-ਵੱਖ ਰਾਜਨੀਤਿਕ ਦਲਾਂ ਨੇ ਭਾਗ ਲਿਆ ਸੀਗਾ। ਹੌਲੀ ਹੌਲੀ ਚਿੱਲੀ ਵਿੱਚ ਸੈਨਿਕ ਸ਼ਾਸਨ ਜਿਹੜਾ ਸੀਗਾ ਉਹ ਖਤਮ ਹੋਣਾ ਸ਼ੁਰੂ ਹੋ ਗਿਆ। ਲੋਕਾਂ ਨੂੰ ਰਾਜਨੀਤਿਕ ਆਜ਼ਾਦੀ ਪ੍ਰਾਪਤ ਹੋਈ। ਤਾਂ ਚੁਣੀ ਹੋਈ ਸਰਕਾਰ ਨੇ ਪਿਨੋਸ਼ ਦੇ ਸ਼ਾਸਨ ਕਾਲ ਵਿੱਚ ਹੋਈਆਂ ਜਿੰਨੀਆਂ ਵੀ ਜ਼ਿਆਦਤੀਆਂ ਸੀਗੀਆਂ ਉਹਨਾਂ ਦੀ ਪੜਤਾਲ ਕਰਵਾਉਣੀ ਸ਼ੁਰੂ ਕਰਤੀ। ਅਤੇ ਇਹਨਾਂ ਜ਼ਿਆਦਤੀਆਂ ਦੀ ਇਹਨਾਂ ਪੜਤਾਲ ਤੋਂ ਪਤਾ ਚੱਲਿਆ ਕਿ ਉਸ ਦੇ ਸ਼ਾਸਨ ਵਿੱਚ ਲੋਕਾਂ ਨੇ ਨਾ ਕੇਵਲ ਅਤਿਆਚਾਰ ਹੀ ਹੋਏ, ਸਗੋਂ ਉਸ ਦੇ ਸ਼ਾਸਨ ਵਿੱਚ ਭ੍ਰਿਸ਼ਟਾਚਾਰ ਵੀ ਜ਼ੋਰਾਂ 'ਤੇ ਸੀਗਾ। ਅਸੀਂ ਪਹਿਲਾਂ ਹੀ ਇਹ ਗੱਲ ਕੀਤੀ ਹੈ ਕਿ ਜਿਵੇਂ ਹਵਾਈ ਸੈਨਾ ਦਾ ਜਿਹੜਾ ਕਮਾਂਡਰ ਹੈ ਵੈਲਟੋ ਬੈਚਲਰ ਦੀ ਪੁੱਤਰੀ ਮਿਸਲ ਅਤੇ ਉਸ ਦੀ ਪਤਨੀ ਨੂੰ ਸੈਨਿਕ ਤਾਨਾਸ਼ਾਹ ਸਥਾਪਿਤ ਹੋਣ 'ਤੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ, ਤਾਂ ਉਹਨਾਂ ਨੂੰ ਤਸੀਹੇ ਵੀ ਦਿੱਤੇ ਗਏ ਸਨ। ਇਹੀ ਲੜਕੀ ਮਿਸ਼ਲ ਬੈਚਲਰ ਜਿਹੜੀ ਸੀ ਜਨਵਰੀ 2006 ਵਿੱਚ ਚਿੱਲੀ ਦੀ ਰਾਸ਼ਟਰਪਤੀ ਚੁਣੀ ਗਈ ਸੀ। ਅੱਗੇ ਅਸੀਂ ਗੱਲ ਕਰਾਂਗੇ ਪੋਲੈਂਡ ਵਿੱਚ ਲੋਕਤੰਤਰ ਦੀ। ਤਾਂ ਜਿਹੜਾ ਪੋਲੈਂਡ ਦੇ ਵਿੱਚ ਲੋਕਤੰਤਰ ਦਾ ਜਦੋਂ ਸ਼ੁਰੂ ਹੋਇਆ ਤਾਂ ਇਹਦੇ ਹੋਰ ਘਟਨਾ ਦੀ ਗੱਲ ਕਰਦੇ ਹਾਂ। 1980 ਵਿੱਚ ਪੋਲੈਂਡ ਵਿੱਚ ਜਿਹੜੀ ਪੋਲਿਸ਼ ਯੂਨਾਈਟਿਡ ਵਰਕਰਸ ਪਾਰਟੀ ਦੀ ਸਰਕਾਰ ਸੀਗੀ। ਇਹ ਪਾਰਟੀ ਪੂਰਬੀ ਯੂਰਪ ਦੇ ਕਈ ਦੇਸ਼ਾਂ ਵਿੱਚ ਸ਼ਾਸਨ ਕਰ ਰਹੀ ਸੀ। ਇਹਨਾਂ ਦੇਸ਼ਾਂ ਵਿੱਚ ਕਿਸੇ ਹੋਰ ਪਾਰਟੀ ਨੂੰ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਲੋਕ ਆਪਣੇ ਨੇਤਾਵਾਂ ਦੀ ਚੋਣ ਆਜ਼ਾਦੀ ਨਾਲ ਹੀ ਨਹੀਂ ਕਰ ਸਕਦੇ ਸੀ। ਜਿਹੜਾ ਵਿਅਕਤੀ ਇਸ ਪਾਰਟੀ ਜਾਂ ਸਰਕਾਰ ਦੇ ਵਿਰੁੱਧ ਬੋਲਦਾ ਸੀਗਾ ਉਸ ਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਂਦਾ ਸੀ। ਪੋਲੈਂਡ ਦੀ ਸਰਕਾਰ ਨੂੰ ਸੋਵੀਅਤ ਸੰਘ ਦਾ ਸਮਰਥਨ ਪ੍ਰਾਪਤ ਸੀਗਾ, ਜਿਹੜਾ ਕਿ ਉਹਨਾਂ ਦਿਨਾਂ ਵਿੱਚ ਇੱਕ ਵੱਡਾ ਅਤੇ ਸ਼ਕਤੀਸ਼ਾਲੀ ਕਮਿਊਨਿਸਟ ਦੇਸ਼ ਸੀ। ਤਾਂ 14 ਅਗਸਤ 1980 ਨੂੰ ਗਦਮਕ ਸ਼ਹਿਰ ਵਿੱਚ ਲੈਨਿਨ ਸ਼ਿਪਯਾਰਡ ਦੇ ਕਾਮਿਆਂ ਨੇ ਹੜਤਾਲ ਕਰ ਦਿੱਤੀ। ਤਾਂ ਇਹ ਵੱਡੀ ਘਟਨਾ ਸੀਗੀ ਕਿ 14 ਅਗਸਤ 1980 ਨੂੰ ਗਦਮਕ ਸ਼ਹਿਰ ਦੇ ਵਿੱਚ ਲੈਨਿਨ ਸ਼ਿਪਯਾਰਡ ਦੇ ਕਾਮਿਆਂ ਨੇ ਹੜਤਾਲ ਕੀਤੀ। ਇਹ ਸ਼ਿਪਯਾਰਡ ਸਰਕਾਰ ਦੇ ਅਧੀਨ ਸੀਗਾ। ਦਰਅਸਲ ਪੋਲੈਂਡ ਵਿੱਚ ਸਾਰੇ ਕਾਰਖਾਨੇ ਅਤੇ ਸੰਪਤੀ ਸਰਕਾਰ ਦੇ ਅਧੀਨ ਸੀ। ਇਸ ਹੜਤਾਲ ਇਹ ਜਿਹੜੀ ਸੀਗੀ ਇੱਕ ਮਹਿਲਾ ਕ੍ਰੇਨ ਵਰਕਰ ਨੂੰ ਵਾਪਸ ਨੌਕਰੀ ਵਿੱਚ ਲੈਣ ਲਈ ਕੀਤੀ ਗਈ ਸੀ, ਜਿਸ ਨੂੰ ਕਿ ਅਨਿਆਂਪੂਰਨ ਢੰਗ ਦੇ ਨਾਲ ਨੌਕਰੀ ਤੋਂ ਹਟਾਇਆ ਗਿਆ ਸੀ। ਹੜਤਾਲ ਨੂੰ ਪੋਲੈਂਡ ਦੀ ਸਰਕਾਰ ਨੇ ਗੈਰ ਕਾਨੂੰਨੀ ਕਰਾਰ ਦਿੱਤਾ, ਕਿਉਂਕਿ ਪੋਲੈਂਡ ਵਿੱਚ ਟ੍ਰੇਡ ਯੂਨੀਅਨ ਬਣਾਉਣ 'ਤੇ ਹੜਤਾਲ ਕਰਨ ਦੀ ਮਨਾਹੀ ਸੀਗੀ। ਤਾਂ ਹੜਤਾਲ ਜਾਰੀ ਰਹੀ। ਅਤੇ ਜਦੋਂ ਵੀ ਕੋਈ ਕਾਮੇ ਉੱਠ ਕੇ ਖੜ੍ਹੇ ਹੁੰਦੇ ਆ, ਹੜਤਾਲ ਕਰਦੇ ਆ, ਤਾਂ ਉਹ ਸਰਕਾਰ ਦੇ ਵਿਰੁੱਧ ਤਾਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਕੁਝ ਦੇਰ ਬਾਅਦ ਲੇਕ ਵਲੇਸਾ ਜਿਹੜਾ ਕਿ ਸ਼ਿਪਯਾਰਡ ਵਿੱਚ ਇਲੈਕਟ੍ਰੀਸ਼ੀਅਨ ਸੀਗਾ ਹੜਤਾਲ ਵਿੱਚ ਸ਼ਾਮਲ ਹੋ ਗਿਆ। ਲੇਕ ਵਲੇਸਾ ਨੂੰ 1976 ਵਿੱਚ ਵੱਧ ਤਨਖਾਹ ਮੰਗਣ ਤੋਂ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ ਸੀ। ਜਲਦੀ ਹੀ ਲੇਕ ਵਲੇਸਾ ਇੱਕ ਨੇਤਾ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਇਆ। ਲੇਕ ਵਲੇਸਾ ਜਿਹੜਾ ਸੀਗਾ ਜਦੋਂ ਉਹ ਲੀਡਰ ਬਣਿਆ ਤਾਂ ਉਸ ਦੇ ਯਤਨਾਂ ਸਦਕਾ ਹੜਤਾਲ ਵੱਡੇ ਪੱਧਰ 'ਤੇ ਫੈਲ ਗਈ। ਹੜਤਾਲੀਆਂ ਨੇ ਆਜ਼ਾਦ ਟ੍ਰੇਡ ਸੰਘ ਬਣਾਉਣ ਦੀ ਮੰਗ ਕੀਤੀ, ਕਿਉਂਕਿ ਉਦੋਂ ਉੱਥੇ ਸਰਕਾਰ ਦੁਆਰਾ ਮਤਲਬ ਇਹ ਮਨਾਹੀ ਸੀਗੀ ਸਰਕਾਰ ਦੀ ਕਿ ਕੋਈ ਵੀ ਟ੍ਰੇਡ ਸੰਘ ਨਹੀਂ ਬਣਾ ਸਕਦਾ ਸੀਗਾ।
ਸਰਕਾਰੀ ਸ਼ਿਪਯਾਰਡ ਦੇ ਵਿੱਚ। ਤਾਂ ਹੜਤਾਲੀਆਂ ਨੇ ਰਾਜਨੀਤਿਕ ਕੈਦੀਆਂ ਨੂੰ ਰਿਹਾ ਕਰਨ ਅਤੇ ਪ੍ਰੈਸ ਉੱਤੇ ਸੈਂਸਰਸ਼ਿਪ ਹਟਾਉਣ ਦੀ ਵੀ ਮੰਗ ਕੀਤੀ। ਆਖਰਕਾਰ ਸਰਕਾਰ ਨੂੰ ਝੁਕਣਾ ਪਿਆ ਅਤੇ ਕਾਮਿਆਂ ਨੇ ਜਿਹੜਾ ਵਲੇਸਾ ਦੀ ਅਗਵਾਈ ਹੇਠ ਸਰਕਾਰ ਨਾਲ 21 ਸੂਤਰੀ ਸਮਝੌਤਾ ਕੀਤਾ ਅਤੇ ਹੜਤਾਲ ਖਤਮ ਹੋ ਗਈ। ਤਾਂ 21 ਸੂਤਰੀ ਸਮਝੌਤੇ ਤੋਂ ਬਾਅਦ ਜਿਹੜੀ ਹੜਤਾਲ ਸੀਗੀ ਉਹ ਵਲੇਸਾ ਦੀ ਅਗਵਾਈ ਹੇਠ ਖਤਮ ਹੋ ਗਈ। ਤਾਂ ਹੜਤਾਲ ਤੋਂ ਬਾਅਦ ਸਰਕਾਰ ਨੇ ਆਜ਼ਾਦ ਟਰੇਡ ਸੰਘ ਬਣਾਉਣ ਦੀ ਕਾਮਿਆਂ ਦੁਆਰਾ ਹੜਤਾਲ ਕਰਨ ਦੇ ਅਧਿਕਾਰ ਨੂੰ ਮੰਨ ਲਿਆ। ਤਾਂ ਇੱਥੇ ਵੱਡੀ ਜਿੱਤ ਸੀਗੀ ਟਰੇਡ ਯੂਨੀਅਨ ਦੀ, ਟਰੇਡ ਸੰਘ ਦੀ, ਕਿ ਉਹਨਾਂ ਨੂੰ ਇਹ ਪਰਮਿਸ਼ਨ ਮਿਲ ਗਈ ਸਰਕਾਰ ਦੁਆਰਾ ਅਤੇ ਸਰਕਾਰ ਨੇ ਇਹਨਾਂ ਦਾ ਅਧਿਕਾਰ ਮੰਨ ਲਿਆ। ਇਹ ਸਮਝੌਤੇ ਤੋਂ ਬਾਅਦ ਇੱਕ ਨਵੀਂ ਟਰੇਡ ਯੂਨੀਅਨ ਦੀ ਸਥਾਪਨਾ ਕੀਤੀ ਗਈ ਜਿਸ ਦਾ ਨਾਮ ਸੋਲੀਡੈਰਿਟੀ ਰੱਖਿਆ ਗਿਆ। ਤਾਂ ਸਾਲ ਭਰ ਵਿੱਚ ਸੋਲੀਡੈਰਿਟੀ ਸੰਘ ਦੇ ਸਾਰੇ ਪੋਲੈਂਡ ਵਿੱਚ ਪ੍ਰਸਿੱਧ ਹੋ ਗਿਆ ਅਤੇ ਇਸ ਦੇ ਲਗਭਗ 1 ਕਰੋੜ ਮੈਂਬਰ ਬਣ ਗਏ। ਤਾਂ ਸਰਕਾਰ ਵਿੱਚ ਵੱਡੇ ਪੱਧਰ ਦੇ ਭ੍ਰਿਸ਼ਟਾਚਾਰ ਹੋਣ ਕਾਰਨ ਹਾਲਾਤ ਵਿਗੜਦੇ ਗਏ। ਜਨਰਲ ਜੈਰੂਜੈਲਸਕੀ ਦੀ ਅਗਵਾਈ ਹੇਠ ਜਿਹੜੀ ਸਰਕਾਰ ਚੱਲ ਰਹੀ ਸੀ ਉਸਨੇ ਦੇਸ਼ ਵਿੱਚ 1981 ਵਿੱਚ ਸੈਨਿਕ ਸ਼ਾਸਨ ਲਾਗੂ ਕਰ ਦਿੱਤਾ ਸੀ। ਤਾਂ ਸੋਲੀਡੈਰਿਟੀ ਸੰਘ ਦੇ ਹਜ਼ਾਰਾਂ ਕਾਮਿਆਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਰੋਸ ਪ੍ਰਗਟ ਕਰਨ ਅਤੇ ਰਾਏ ਪ੍ਰਗਟਾਉਣ ਦੀ ਆਜ਼ਾਦੀ ਨੂੰ ਇੱਕ ਵਾਰ ਫੇਰ ਜਿਹੜਾ ਹੈਗਾ ਉਹ ਸਰਕਾਰ ਦੁਆਰਾ ਖੋਹ ਲਿਆ ਗਿਆ ਸੀਗਾ। ਤਾਂ ਸੋਲੀਡੈਰਿਟੀ ਸੰਘ ਦੀ ਅਗਵਾਈ ਹੇਠ ਇੱਕ ਵਾਰੀ ਫੇਰ ਹੜਤਾਲ ਸ਼ੁਰੂ ਹੋਈ। ਇਸ ਸਮੇਂ ਪੋਲਿਸ਼ ਸਰਕਾਰ ਜਿਹੜੀ ਸੀਗੀ ਉਹ ਕਮਜ਼ੋਰ ਹੋ ਚੁੱਕੀ ਸੀ। ਤਾਂ ਸੋਲੀਡੈਰਿਟੀ ਸੰਘ ਦਾ ਇਹ ਕਦਮ ਸ਼ਲਾਘਾਯੋਗ ਸੀਗਾ। ਉਸ ਨੂੰ ਸੋਵੀਅਤ ਸੰਘ ਦੁਆਰਾ ਵੀ ਸਮਰਥਨ ਨਹੀਂ ਸੀ। ਤਾਂ ਦੇਸ਼ ਦੀ ਆਰਥਿਕਤਾ ਪਤਨ ਵੱਲ ਜਾ ਰਹੀ ਸੀ। ਤਾਂ ਵਲੇਸਾ ਨੇ ਸਰਕਾਰ ਦੇ ਨਾਲ ਗੱਲਬਾਤ ਹੋਈ ਅਤੇ ਇੱਕ ਨਵਾਂ ਸਮਝੌਤਾ ਉਹਨਾਂ ਨੂੰ ਕਰਨਾ ਪਿਆ। ਉਸ ਸਮਝੌਤੇ ਅਨੁਸਾਰ ਦੇਸ਼ ਵਿੱਚ ਸੁਤੰਤਰ ਚੋਣ ਕਰਵਾਉਣ ਦਾ ਫੈਸਲਾ ਕੀਤਾ ਗਿਆ। ਤਾਂ ਸੋਲੀਡੈਰਿਟੀ ਸੰਘ ਨੇ ਸੈਨੇਟ ਦੀਆਂ 100 ਸੀਟਾਂ 'ਤੇ ਚੋਣ ਲੜੀ ਅਤੇ ਉਸ ਨੂੰ 99 ਸੀਟਾਂ 'ਤੇ ਜਿੱਤ ਹਾਸਲ ਹੋਈ। ਤਾਂ 1990 ਵਿੱਚ ਪਹਿਲੀ ਵਾਰ ਪੋਲੈਂਡ ਵਿੱਚ ਰਾਸ਼ਟਰਪਤੀ ਦੀ ਪਦਵੀ ਲਈ ਚੋਣਾਂ ਹੋਈਆਂ ਜਿਸ ਵਿੱਚ ਇੱਕ ਤੋਂ ਜ਼ਿਆਦਾ ਜਿਹੜੀਆਂ ਪਾਰਟੀਆਂ ਸੀਗੀਆਂ ਉਹਨਾਂ ਨੇ ਭਾਗ ਲਿਆ ਅਤੇ ਵਲੇਸਾ ਜਿਹੜਾ ਸੀਗਾ ਉਹ ਪੋਲੈਂਡ ਦਾ ਰਾਸ਼ਟਰਪਤੀ ਬਣ ਗਿਆ, ਚੁਣਿਆ ਗਿਆ ਉਹ ਪੋਲੈਂਡ ਦਾ ਅਤੇ ਰਾਸ਼ਟਰਪਤੀ ਬਣਿਆ। ਤਾਂ ਇਹ ਸੰਘ ਜਿਹੜਾ ਸੀਗਾ ਤਾਂ ਸੰਘ ਦੀ ਸੋਲੀਡੈਰਿਟੀ ਸੰਘ ਦੀ ਵੱਡੀ ਜਿੱਤ ਸੀਗੀ ਜਿਸ ਦੇ ਨਾਲ ਕਿ ਉਹਨਾਂ ਦਾ ਜਿਹੜਾ ਲੀਡਰ ਸੀਗਾ ਲੇਕ ਵਲੇਸਾ ਤਾਂ ਪੋਲੈਂਡ ਦਾ ਰਾਸ਼ਟਰਪਤੀ ਚੁਣਿਆ ਗਿਆ। ਇਹ ਸਾਰੇ ਜਿਹੜਾ ਦੇਸ਼ਾਂ ਦੀਆਂ ਚਿੱਲੀ ਦੀ ਹੋਵੇ ਭਾਵੇਂ ਗੱਲ ਭਾਵੇਂ ਪੋਲੈਂਡ ਦੀ ਹੋਵੇ ਅਤੇ ਅਸਲ ਕਹਾਣੀਆਂ ਅਸੀਂ ਇਹ ਦੇਖੀਆਂ ਪੜ੍ਹੀਆਂ। ਤਾਂ ਚਿੱਲੀ ਵਿੱਚ ਅਲੈਂਡੇ ਦੁਆਰਾ ਜਿਹੜੀ ਲੋਕਤੰਤਰੀ ਸਰਕਾਰ ਚਲਾਈ ਗਈ ਸੀ, ਪਿਨੋਸ਼ ਦਾ ਜਿਹੜਾ ਤਾਨਾਸ਼ਾਹੀ ਤੋਂ ਬਾਅਦ ਲੋਕਤੰਤਰ ਵਿੱਚ ਇੱਕ ਵਾਰ ਫਿਰ ਲੋਕਤੰਤਰ ਜਿਹੜਾ ਸੀ ਪਿਨੋਸ਼ ਤੋਂ ਬਾਅਦ ਬਹਾਲ ਹੋਇਆ। ਤਾਂ ਮਿਸਲ ਬੈਚਲਰ ਦੀ ਦੇਸ਼ ਦੀ ਰਾਸ਼ਟਰਪਤੀ ਚੁਣੀ ਗਈ। ਤਾਂ ਪੋਲੈਂਡ ਵਿੱਚ ਲੋਕਤੰਤਰੀ ਸਰਕਾਰ ਤੋਂ ਬਾਅਦ ਲੋਕਤੰਤਰ ਦੀ ਸਥਾਪਨਾ ਹੋਈ। ਤਾਂ ਇਹਨਾਂ ਉਦਾਹਰਨਾਂ ਤੋਂ ਸਾਨੂੰ ਜਿਹੜੀਆਂ ਅਸੀਂ ਪੜ੍ਹੀਆਂ ਨਾ ਜਾਂ ਡਿਸਕਸ ਕੀਤੀਆਂ ਤਾਂ ਇਹਨਾਂ ਤੋਂ ਪਤਾ ਲੱਗਦਾ ਕਿ ਦੁਨੀਆ ਵਿੱਚ ਲੋਕਤੰਤਰ ਦਾ ਵਿਕਾਸ ਸਿੱਧੀ ਰੇਖਾ ਵਿੱਚ ਨਹੀਂ ਹੋਇਆ। ਤਾਂ ਲੋਕਤੰਤਰ ਦੇ ਵਿਕਾਸ ਵਿੱਚ ਕਈ ਵਾਰ ਖੜੌਤ ਆਉਂਦੀ ਰਹੀ ਅਤੇ ਇਸ ਤੋਂ ਬਾਅਦ ਫਿਰ ਲੋਕਤੰਤਰ ਬਹਾਲ ਹੋ ਗਿਆ। ਤਾਂ ਜਿਹੜੀਆਂ ਸੋਲੀਡੈਰਿਟੀ ਸੰਘ ਵਗੈਰਾ ਸੀ ਜਾਂ ਹੋਰ ਜਿੰਨੀਆਂ ਵੀ ਤਹਿਰੀਕਾਂ ਸੀਗੀਆਂ, ਜਿੰਨੀਆਂ ਵੀ ਲੋਕ ਸੀਗੇ ਕਾਮੇ ਸੀ, ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ ਤਾਂ ਲੋਕਤੰਤਰ ਜਿਹੜਾ ਹੈਗਾ ਉਹਦਾ ਵਿਕਾਸ ਹੋਣਾ ਸ਼ੁਰੂ ਹੋਇਆ। ਤਾਂ ਅਸੀਂ ਸੰਖੇਪ ਰੂਪ ਦੇ ਵਿੱਚ ਜੇ ਪਿਛਲੇ 200 ਸਾਲ ਦੌਰਾਨ ਦੁਨੀਆ ਦੇ ਵਿੱਚ ਹੋਏ ਲੋਕਤੰਤਰ ਦਾ ਵਿਸਥਾਰ ਬਾਰੇ ਜਾਣਕਾਰੀ ਦੀ ਗੱਲ ਕਰੀਏ ਤਾਂ ਪਾਠ ਦੇ ਸ਼ੁਰੂ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਫਰਾਂਸ ਦੀ ਜਿਹੜੀ ਸ਼ਾਨਦਾਰ ਕ੍ਰਾਂਤੀ ਦਾ ਜ਼ਿਕਰ ਕੀਤਾ ਸੀਗਾ, ਪਰ ਇਹ ਕ੍ਰਾਂਤੀ ਤੋਂ ਬਾਅਦ ਫਰਾਂਸ ਵਿੱਚ ਲਗਾਤਾਰ ਲੋਕਤੰਤਰ ਸਥਾਪਿਤ ਨਹੀਂ ਹੋਇਆ। 19ਵੀਂ ਸਦੀ ਦੌਰਾਨ ਫਰਾਂਸ ਵਿੱਚ ਇੱਕ ਵਾਰ ਫਿਰ ਤਾਨਾਸ਼ਾਹ ਸ਼ਾਸਨ ਕਾਇਮ ਹੋਇਆ ਸੀ ਅਤੇ ਫਿਰ ਲੋਕਤੰਤਰ ਦੀ ਬਹਾਲੀ ਹੋਈ। ਪਰ ਇੱਕ ਗੱਲ ਇੱਥੇ ਜ਼ਿਕਰਯੋਗ ਹੈ ਕਿ ਫਰਾਂਸ ਦੀ ਕ੍ਰਾਂਤੀ ਨੇ ਯੂਰਪ ਦੇ ਕਈ ਦੇਸ਼ਾਂ ਵਿੱਚ ਲੋਕਤੰਤਰੀ ਲਹਿਰਾਂ ਨੂੰ ਜਨਮ ਦਿੱਤਾ। ਜਿੱਦਾਂ ਕਿ ਬ੍ਰਿਟੇਨ ਵਿੱਚ ਲੋਕਤੰਤਰ ਦੀ ਸ਼ੁਰੂਆਤ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਹੀ ਹੋ ਚੁੱਕੀ ਸੀ, ਪਰ ਇਸ ਦੀ ਗਤੀ ਜਿਹੜੀ ਸੀਗੀ ਬਹੁਤ ਧੀਮੀ ਸੀ। 18ਵੀਂ ਅਤੇ 19ਵੀਂ ਸਦੀ ਵਿੱਚ ਵਾਪਰੀਆਂ ਜਿਹੜੀਆਂ ਰਾਜਨੀਤਿਕ ਘਟਨਾਵਾਂ ਨੇ ਰਾਜਤੰਤਰ ਅਤੇ ਸਾਮੰਤਵਾਦ ਦੀਆਂ ਸ਼ਕਤੀਆਂ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੱਤਾ ਸੀ। ਤਾਂ ਉੱਤਰੀ ਅਮਰੀਕਾ ਵਿੱਚ ਸਥਾਪਿਤ ਬ੍ਰਿਟਿਸ਼ ਕਲੋਨੀਆਂ ਦੇ ਸੰਘਰਸ਼ ਤੋਂ ਬਾਅਦ 1776 ਵਿੱਚ ਆਜ਼ਾਦੀ ਮਿਲੀ ਇਹਨਾਂ ਨੂੰ। ਅਗਲੇ ਕੁਝ ਸਾਲਾਂ ਵਿੱਚ ਇਹਨਾਂ ਕਲੋਨੀਆਂ ਨੇ ਇਕੱਠੇ ਹੋ ਕੇ ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਕੀਤੀ। ਤਾਂ ਅਮਰੀਕਾ ਨੇ 1787 ਵਿੱਚ ਲੋਕਤੰਤਰੀ ਸੰਵਿਧਾਨ ਨੂੰ ਗ੍ਰਹਿਣ ਕੀਤਾ, ਪਰ ਵੋਟ ਦਾ ਅਧਿਕਾਰ ਕੁਝ ਲੋਕਾਂ ਤੱਕ ਹੀ ਸੀਮਿਤ ਰੱਖਿਆ। 19ਵੀਂ ਸਦੀ ਵਿੱਚ ਲੋਕਤੰਤਰ ਲਈ ਸੰਘਰਸ਼ ਜਿਹੜਾ ਸੀਗਾ ਉਹ 3 ਮੁੱਖ ਗੱਲਾਂ 'ਤੇ ਕੇਂਦਰਿਤ ਰਿਹਾ, ਜਿਵੇਂ ਕਿ ਰਾਜਨੀਤਿਕ ਸਮਾਨਤਾ, ਆਜ਼ਾਦੀ ਅਤੇ ਨਿਆਂ। ਤਾਂ ਇਹ 3 ਗੱਲਾਂ ਸੀਗੀਆਂ ਜਿਨ੍ਹਾਂ 'ਤੇ ਲੋਕਤੰਤਰ ਦਾ ਜਿਹੜਾ ਅੰਦੋਲਨ ਸੀ ਉਹ ਕੇਂਦਰਿਤ ਰਿਹਾ। ਇਹਨਾਂ ਅੰਦੋਲਨਾਂ ਵਿੱਚ ਸਾਰੇ ਜਿਹੜੇ ਬਾਲਗ ਨਾਗਰਿਕਾਂ ਦੇ ਵੋਟ ਦੇ ਅਧਿਕਾਰ ਦੀ ਮੰਗ ਕੀਤੀ ਗਈ ਸੀ। ਅਤੇ ਯੂਰਪ ਦੇ ਬਹੁਤ ਸਾਰੇ ਲੋਕ ਜਿਹੜੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਅਪਣਾ ਰਹੇ ਸਨ, ਉਹਨਾਂ ਅਨੁਸਾਰ ਸ਼ੁਰੂ ਵਿੱਚ ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ। ਕੁਝ ਦੇਸ਼ਾਂ ਵਿੱਚ ਵੋਟ ਦਾ ਅਧਿਕਾਰ ਕੇਵਲ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਸੀ ਜਿਨ੍ਹਾਂ ਕੋਲ ਸੰਮਤੀ ਸੀ। ਅਕਸਰ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ ਵੀ ਵੋਟ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀਗਾ। ਤਾਂ 1965 ਤੱਕ ਸੰਯੁਕਤ ਰਾਜ ਅਮਰੀਕਾ ਵਿੱਚ ਕਾਲੇ ਲੋਕਾਂ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਨਹੀਂ ਸੀ। ਜਿਹੜੇ ਲੋਕ ਲੋਕਤੰਤਰ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਸੀ ਉਹਨਾਂ ਨੇ ਸਰਵ ਵਿਆਪਕ ਬਾਲਗ ਮਤ ਅਧਿਕਾਰ ਦੀ ਮੰਗ ਕੀਤੀ। ਤਾਂ
ਮਰਦ ਜਾਂ ਇਸਤਰੀ, ਅਮੀਰ ਜਾਂ ਗਰੀਬ, ਚਿੱਟੇ ਜਾਂ ਕਾਲੇ, ਸਾਰਿਆਂ ਨੂੰ ਵੋਟ ਦੇ ਅਧਿਕਾਰ ਦੀ ਮੰਗ ਲਈ ਜ਼ੋਰ ਫੜਿਆ। ਤਾਂ ਇਹ ਸਰਵ ਵਿਆਪਕ ਜਿਹੜਾ ਬਾਲਗ ਮਤ ਸੀਗਾ, ਇਹ ਸਾਰੇ ਨਾਗਰਿਕਾਂ ਨੂੰ ਰੰਗ, ਨਸਲ, ਜਾਤੀ, ਜਨਮ, ਧਰਮ ਅਤੇ ਲਿੰਗ ਦੇ ਵਿਤਕਰੇ ਤੋਂ ਬਿਨਾਂ ਇੱਕ ਨਿਸ਼ਚਿਤ ਉਮਰ 'ਤੇ ਪਹੁੰਚਣ 'ਤੇ ਜਿਹੜਾ ਵੋਟ ਦਾ ਅਧਿਕਾਰ ਸੀਗਾ ਉਹ ਮੰਗਿਆ ਉਹਨਾਂ ਨੇ। ਤਾਂ ਮਹੱਤਵਪੂਰਨ ਗੱਲਾਂ ਦੀ ਜੇ ਗੱਲ ਕਰੀ ਤਾਂ ਲੋਕਤੰਤਰ ਦੀ ਸਥਾਪਨਾ ਦੇ ਵਿਕਾਸ ਸੰਬੰਧੀ ਤਾਂ ਫਰਾਂਸ ਦੀ ਕ੍ਰਾਂਤੀ ਨੇ ਜਿਹੜਾ ਸੀਗਾ ਯੂਰਪ ਦੇ ਕਈ ਦੇਸ਼ਾਂ ਵਿਚਾਲੇ ਲੋਕਤੰਤਰੀ ਲਹਿਰ ਨੂੰ ਜਨਮ ਦਿੱਤਾ। ਉੱਤਰੀ ਅਮਰੀਕਾ ਵਿੱਚ ਜਿਹੜਾ ਸੀਗਾ ਬ੍ਰਿਟਿਸ਼ ਕਲੋਨੀਆਂ ਦੇ ਸੰਘਰਸ਼ ਤੋਂ ਬਾਅਦ 1776 ਵਿੱਚ ਇਹਨਾਂ ਨੂੰ ਆਜ਼ਾਦੀ ਮਿਲੀ। ਤਾਂ ਇਸ ਤਰ੍ਹਾਂ ਮਤਲਬ ਬਸਤੀਵਾਦ ਦਾ ਖਾਤਮਾ ਹੋਇਆ। ਤਾਂ 19ਵੀਂ ਸਦੀ ਵਿੱਚ ਲੋਕਤੰਤਰ 3 ਗੱਲਾਂ 'ਤੇ ਕੇਂਦਰ ਸੀ, ਜਿਵੇਂ ਕਿ ਰਾਜਨੀਤਿਕ ਸਮਾਨਤਾ, ਆਜ਼ਾਦੀ ਅਤੇ ਨਿਆਂ। ਤਾਂ ਵੋਟ ਦੇ ਅਧਿਕਾਰ ਦੀ ਜਿਹੜੀ ਮੰਗ ਸੀਗੀ ਉਹਦੀ ਆਪਾਂ ਗੱਲ ਕਰ ਰਹੇ ਹਾਂ। ਤਾਂ ਸਰਵ ਵਿਆਪਕ ਬਾਲਗ ਮਤ ਅਧਿਕਾਰ ਦੇ ਅਨੁਸਾਰ ਤਾਂ ਸਾਰੇ ਨਾਗਰਿਕਾਂ ਨੂੰ ਰੰਗ, ਨਸਲ, ਜਾਤੀ, ਜਨਮ, ਧਰਮ ਅਤੇ ਲਿੰਗ ਦੇ ਵਿਤਕਰੇ ਤੋਂ ਬਿਨਾਂ ਇੱਕ ਨਿਸ਼ਚਿਤ ਉਮਰ 'ਤੇ ਪਹੁੰਚਣ 'ਤੇ ਵੋਟ ਦਾ ਅਧਿਕਾਰ ਦੇ ਦਿੱਤਾ ਜਾਂਦਾ ਹੈ। ਇਸ ਅਧਿਕਾਰ ਨੂੰ ਸਰਵ ਵਿਆਪਕ ਬਾਲਗ ਮਤ ਅਧਿਕਾਰ ਕਹਿੰਦੇ ਨੇ। ਤਾਂ ਅਸੀਂ ਅੱਗੇ ਗੱਲ ਕਰਾਂਗੇ ਬਸਤੀਵਾਦ ਦੀ। ਤਾਂ ਬਸਤੀਵਾਦ ਦਾ ਖਾਤਮਾ ਤਾਂ 1945 ਤੋਂ ਬਾਅਦ ਅਫਰੀਕਾ ਅਤੇ ਏਸ਼ੀਆ ਦੇ ਦੇਸ਼ਾਂ ਦਾ ਬਸਤੀਵਾਦ ਦਾ ਜਿਹੜਾ ਸੀਗਾ ਖਾਤਮਾ ਹੋਇਆ। ਤਾਂ ਅਫਰੀਕਾ ਅਤੇ ਏਸ਼ੀਆ ਮਹਾਦੀਪ ਦੇ ਦੇਸ਼ ਬਹੁਤ ਲੰਬਾ ਸਮਾਂ ਯੂਰਪੀਅਨ ਕੌਮਾਂ ਦੀ ਬਸਤੀਵਾਦ ਨੀਤੀ ਦਾ ਸ਼ਿਕਾਰ ਰਹੇ। ਤਾਂ ਯੂਰਪੀਅਨ ਕੌਮਾਂ ਨੇ ਇਹਨਾਂ ਦੇਸ਼ਾਂ ਦੀ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਪ੍ਰਣਾਲੀ ਉੱਤੇ ਨਿਯੰਤਰਣ ਕੀਤਾ ਹੋਇਆ ਸੀਗਾ। ਤਾਂ ਬਸਤੀਵਾਦ ਦੇਸ਼ ਇਹਨਾਂ ਦੇਸ਼ਾਂ ਦੇ ਮਨੁੱਖ ਅਤੇ ਭੌਤਿਕ ਸਾਧਨਾਂ ਦਾ ਸ਼ੋਸ਼ਣ ਕਰਦੇ ਰਹੇ। ਤਾਂ ਬਸਤੀਵਾਦ ਦੇ ਸ਼ਿਕਾਰ ਦੇਸ਼ਾਂ ਦੇ ਲੋਕਾਂ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਅੰਦੋਲਨ ਕਰਨੇ ਪਏ। ਉਹਨਾਂ ਵਿੱਚੋਂ ਭਾਰਤ ਵੀ ਇੱਕ ਸੀਗਾ। ਸਾਡੇ ਭਾਰਤ ਵਿੱਚ ਆਜ਼ਾਦੀ ਪ੍ਰਾਪਤ ਕਰਨ ਲਈ ਲੋਕਾਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਬਹੁਤ ਵੱਡਾ ਅੰਦੋਲਨ ਚਲਾਉਣਾ ਪਿਆ। ਦੂਜਾ ਮਹਾਂਯੁੱਧ ਜਿਹੜਾ ਕਿ 1945 ਵਿੱਚ ਖਤਮ ਹੋਇਆ ਸੀ, ਉਸ ਤੋਂ ਬਾਅਦ ਏਸ਼ੀਆ ਅਤੇ ਅਫਰੀਕਾ ਦੇ ਬਹੁਤ ਸਾਰੇ ਦੇਸ਼ ਯੂਰਪੀਅਨ ਕੌਮਾਂ ਤੋਂ ਆਜ਼ਾਦ ਹੋਏ ਸੀ। ਅਤੇ ਸਾਡਾ ਭਾਰਤ ਜਿਹੜਾ ਹੈਗਾ ਉਹ 15 ਅਗਸਤ 1947 ਨੂੰ ਆਜ਼ਾਦ ਹੋਇਆ। ਬਸਤੀਵਾਦ ਤੋਂ ਆਜ਼ਾਦ ਹੋਏ ਦੇਸ਼ਾਂ ਨੇ ਲੋਕਤੰਤਰੀ ਪ੍ਰਣਾਲੀ ਅਪਣਾਉਣ 'ਤੇ ਜ਼ੋਰ ਦਿੱਤਾ। ਤਾਂ ਭਾਰਤ ਨੇ ਵੀ ਆਜ਼ਾਦੀ ਤੋਂ ਬਾਅਦ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਇਆ, ਜਿਹੜਾ ਕਿ ਹੋਰ ਦੇਸ਼ਾਂ ਦੇ ਲੋਕਤੰਤਰ ਦੇ ਮੁਕਾਬਲੇ ਹੁਣ ਵੀ ਸਾਡੇ ਕੋਲ ਸਫਲਤਾਪੂਰਵਕ ਜਿਹੜੀ ਹੈਗੀ ਉਹ ਚੱਲ ਰਹੀ ਹੈ। ਤਾਂ ਕਮੀਆਂ ਦੇ ਬਾਵਜੂਦ ਅਸੀਂ ਭਾਰਤ ਵਿੱਚ ਲੋਕਤੰਤਰ ਦੇ ਸਫਲ ਭਵਿੱਖ ਦੀ ਆਸ ਵੀ ਰੱਖਦੇ ਹਾਂ ਕਿ ਭਾਰਤ ਦੇ ਵਿੱਚ ਲੋਕਤੰਤਰ ਦਾ ਭਵਿੱਖ ਜਿਹੜਾ ਹੈਗਾ ਉਹ ਹਮੇਸ਼ਾ ਸਫਲ ਰਹੇਗਾ। ਭਾਰਤ ਦੀ ਤਰ੍ਹਾਂ ਅਫਰੀਕਾ ਮਹਾਦੀਪ ਦੀ ਜੇ ਗੱਲ ਕਰੀਏ ਤਾਂ ਅਫਰੀਕਾ ਮਹਾਦੀਪ ਦੇ ਦੇਸ਼ ਘਾਨਾ ਨੇ ਇਹਦੇ ਵਿੱਚ ਬਸਤੀਵਾਦ ਸੀਗਾ। ਇਹ ਅੰਗਰੇਜ਼ਾਂ ਦੇ ਅਧੀਨ ਸੀਗਾ। ਪਹਿਲਾਂ ਇਹ ਗੋਲਡ ਕੋਸਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਦੇਸ਼ ਜਿਹੜਾ ਅਫਰੀਕਾ ਦਾ ਪਹਿਲਾ ਦੇਸ਼ ਸੀਗਾ ਜਿਸ ਨੇ 1957 'ਚ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਤਾਂ ਗੋਲਡ ਕੋਸਟ ਜਿਹੜਾ ਸੀ ਉਹ ਪਹਿਲਾ ਦੇਸ਼ ਸੀਗਾ ਅਫਰੀਕਾ ਦਾ ਜਿਸ ਨੇ ਕਿ 1957 'ਚ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਇਸ ਦੇਸ਼ ਨੇ ਅਫਰੀਕਾ ਦੇ ਹੋਰ ਦੇਸ਼ਾਂ ਨੂੰ ਆਜ਼ਾਦ ਹੋਣ ਲਈ ਪ੍ਰੇਰਨਾ ਦਾ ਕੰਮ ਵੀ ਕੀਤਾ ਸੀਗਾ। ਘਾਨਾ ਦੇ ਇੱਕ ਮਹਾਨ ਵਿਅਕਤੀ ਜਿਹੜਾ ਕਿ ਸੁਨਹਿਰੇ ਦਾ ਪੁੱਤਰ ਸੀ, ਉਸਨੇ ਆਜ਼ਾਦੀ ਲਈ ਸੰਘਰਸ਼ ਦੀ ਅਗਵਾਈ ਕੀਤੀ ਅਤੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀਗਾ। ਉਹ ਘਾਨਾ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆ ਅਤੇ ਉਸ ਤੋਂ ਬਾਅਦ ਉਹ ਰਾਸ਼ਟਰਪਤੀ ਵੀ ਬਣਿਆ ਸੀ। ਇਸ ਦਾ ਨਾਂ ਕਵਾਮੇ ਨਕਰੂਮਾ ਸੀਗਾ। ਤਾਂ ਕਵਾਮੇ ਨਕਰੂਮਾ ਪਹਿਲਾ ਵਿਅਕਤੀ ਸੀਗਾ ਜਿਹੜਾ ਕਿ ਆਜ਼ਾਦ ਜਿਹਨੇ ਅਫਰੀਕਾ ਨੂੰ ਕਰਵਾਇਆ। ਅਤੇ ਉਹ ਪੰਡਿਤ ਜਵਾਹਰ ਲਾਲ ਨਹਿਰੂ ਦਾ ਦੋਸਤ ਵੀ ਸੀ। ਉਹਨੇ ਅਫਰੀਕਾ ਮਹਾਦੀਪ ਵਿੱਚ ਲੋਕਤੰਤਰ ਸਥਾਪਿਤ ਕਰਨ ਲਈ ਹੋਰ ਦੇਸ਼ਾਂ ਨੂੰ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਆ ਸੀ। ਉਸਨੇ ਆਪਣੇ ਆਪ ਨੂੰ ਆਜੀਵਨ ਕਾਲ ਲਈ ਰਾਸ਼ਟਰਪਤੀ ਚੁਣਵਾ ਲਿਆ ਸੀਗਾ, ਪਰ ਜਲਦੀ 1966 ਵਿੱਚ ਉਸਨੂੰ ਸੱਤਾ ਨੂੰ ਸੈਨਿਕ ਸਾਜ਼ਿਸ਼ ਦੁਆਰਾ ਖਤਮ ਕੀਤਾ ਗਿਆ। ਜਿੱਦਾਂ ਕਿ ਪਹਿਲਾਂ ਦੇਖ ਰਹੇ ਹਾਂ ਕਿ ਲੋਕਤੰਤਰਤਾ ਨੂੰ ਹਮੇਸ਼ਾ ਹੀ ਸੈਨਿਕ ਸੱਤਾ ਦੇ ਨਾਲ, ਸੈਨਿਕ ਪ੍ਰਦਰਸ਼ਨ ਦੇ ਨਾਲ, ਸੈਨਾ ਦੇ ਜ਼ਬਰ ਅਤੇ ਜ਼ੋਰ ਦੇ ਨਾਲ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸੇ ਤਰ੍ਹਾਂ ਇੱਥੇ ਵੀ ਇਹੀ ਗੱਲ ਹੋਈ। ਤਾਂ ਘਾਨਾ ਵਿੱਚ ਸੈਨਿਕ ਤਾਨਾਸ਼ਾਹੀ ਕਾਇਮ ਹੋਈ। ਘਾਨਾ ਦੀ ਤਰ੍ਹਾਂ ਜਿਹੜੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਲੋਕਤੰਤਰ ਬਣੇ, ਉਹਨਾਂ ਵਿੱਚ ਲੋਕਤੰਤਰਤਾ ਲਗਾਤਾਰ ਕਾਇਮ ਨਹੀਂ ਰਹਿ ਸਕੀ। ਅਸੀਂ ਪਹਿਲਾਂ ਵੀ ਦੇਖਿਆ ਕਿ ਲੋਕਤੰਤਰਤਾ ਦੀ ਜਿਹੜੀ ਸਫਲਤਾ ਵੱਲ ਵੱਧਦੇ ਕਦਮ ਨਾ ਤਾਂ ਉਹਦੀ ਰਫ਼ਤਾਰ ਸਿੱਧੀ ਨਹੀਂ ਰਹੀ ਹੈਗੀ, ਤਾਂ ਕਦਮ ਸਿੱਧੇ ਨਹੀਂ ਰਹੇ, ਟੇਢੇ ਮੇਢੇ ਹੋ ਕੇ ਚੱਲੇ ਨੇ। ਪਰ ਸਾਡੇ ਦੇਸ਼ ਭਾਰਤ 'ਚ ਆਜ਼ਾਦੀ ਤੋਂ ਬਾਅਦ ਜਿਹੜਾ ਹੈਗਾ ਉਹ ਲੋਕਤੰਤਰ ਹੁਣ ਤੱਕ ਲਗਾਤਾਰ ਚੱਲ ਰਿਹਾ। ਤਾਂ ਅਸੀਂ ਜੇ ਦੇਖੀਏ ਤਾਂ ਭਾਰਤ ਲੰਬੇ ਸਮੇਂ ਤੋਂ ਬਸਤੀਵਾਦ ਦਾ ਸ਼ਿਕਾਰ ਰਿਹਾ। 1945 ਤੋਂ ਬਾਅਦ ਵਿਸ਼ਵ ਦੇ ਜਿਹੜੇ ਕਾਫੀ ਦੇਸ਼ ਸੀਗੇ ਉਹ ਬਸਤੀਵਾਦ ਨਾਮੀ ਬੁਰਾਈ ਤੋਂ ਸੁਤੰਤਰ ਹੋਏ ਸੀ। ਤਾਂ ਇਹ ਜਿਹੜੀ ਗੱਲ ਸੀਗੀ ਭਾਰਤ ਦੀ। ਤਾਂ 1980 ਤੋਂ ਬਾਅਦ ਜੇ ਅਸੀਂ ਦੇਖੀਏ ਤਾਂ ਲੋਕਤੰਤਰਤਾ ਨੂੰ ਵੱਡੀ ਸਫਲਤਾ ਮਿਲੀ। ਲੈਟਿਨ ਅਮਰੀਕਾ ਦੇ ਜਿਹੜੇ ਬਹੁਤ ਸਾਰੇ ਦੇਸ਼ ਹਨ ਉਹਨਾਂ ਵਿੱਚ ਲੋਕਤੰਤਰ ਦੀ ਬਹਾਲੀ ਹੋਈ। ਸੋਵੀਅਤ ਸੰਘ ਦੇ ਟੁੱਟਣ ਨਾਲ ਲੋਕਤੰਤਰ ਦੀ ਗਤੀ ਬਹੁਤ ਤੇਜ਼ ਹੋਈ। ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਪੋਲੈਂਡ ਦੀ ਕਹਾਣੀ 'ਚ ਅਸੀਂ ਪੜ੍ਹ ਚੁੱਕੇ ਹਾਂ ਕਿ ਉੱਥੇ ਸੋਵੀਅਤ ਸੰਘ ਦਾ ਕੰਟਰੋਲ ਸੀਗਾ। ਪੂਰਬੀ ਯੂਰਪ ਵਿੱਚ ਸੋਵੀਅਤ ਸੰਘ ਨੇ ਕਈ ਕਮਿਊਨਿਸਟ ਦੇਸ਼ਾਂ ਉੱਤੇ ਕਬਜ਼ਾ ਕੀਤਾ ਹੋਇਆ ਸੀ। ਪੋਲੈਂਡ ਅਤੇ ਕਈ ਹੋਰ ਦੇਸ਼ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵੀ ਸੋਵੀਅਤ ਸੰਘ ਦੇ ਕੰਟਰੋਲ ਤੋਂ ਆਜ਼ਾਦ ਹੋਏ ਸੀਗੇ। ਉਹ ਇਹਨਾਂ ਸਾਰੇ ਦੇਸ਼ਾਂ ਨੇ ਲੋਕਤੰਤਰ ਪ੍ਰਣਾਲੀ ਨੂੰ ਚੁਣਿਆ ਸੀ। 1991 ਵਿੱਚ ਸੋਵੀਅਤ ਸੰਘ ਜਿਸ ਦੇ ਵਿੱਚ 15 ਦੇਸ਼ ਸ਼ਾਮਲ ਸੀ, ਉਹਦਾ ਵਿਭਾਜਨ ਹੋਇਆ। ਤਾਂ ਸੋਵੀਅਤ ਸੰਘ ਤੋਂ ਬਾਅਦ ਸੋਵੀਅਤ ਸੰਘ ਤੋਂ ਜਿਹੜੇ ਬਾਅਦ ਸੀਗੇ, ਸੋਵੀਅਤ ਸੰਘ ਤੋਂ ਮਤਲਬ ਵੱਖ ਹੋਏ ਜਿਹੜੇ ਦੇਸ਼ ਸੀ
ਉਹਨਾਂ ਨੇ ਵੀ ਲੋਕਤੰਤਰ ਪ੍ਰਣਾਲੀ ਨੂੰ ਅਪਣਾਇਆ। ਤਾਂ ਇਸ ਤੋਂ ਇਲਾਵਾ ਪੂਰਬੀ ਯੂਰਪ ਦੇ ਜਿਹੜੇ ਦੇਸ਼ ਸੀ, ਪੂਰਬੀ ਯੂਰਪ ਦੇ ਦੇਸ਼ਾਂ 'ਤੇ ਸੋਵੀਅਤ ਸੰਘ ਦੇ ਕੰਟਰੋਲ ਹਟ ਜਾਣ ਦੇ ਨਾਲ ਸੋਵੀਅਤ ਸੰਘ ਦੇ ਟੁੱਟਣ ਕਾਰਨ ਦੁਨੀਆ ਦਾ ਰਾਜਨੀਤਿਕ ਨਕਸ਼ਾ ਹੀ ਬਦਲਿਆ। ਇਸ ਸਮੇਂ ਦੌਰਾਨ ਸਾਡੇ ਗੁਆਂਢੀ ਦੇਸ਼ ਜਿਵੇਂ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਬਹੁਤ ਵੱਡੀ ਤਬਦੀਲੀ ਆਈ ਸੀਗੀ। ਇਹਨਾਂ ਦੋਨਾਂ ਦੇਸ਼ਾਂ ਵਿੱਚ 1990 ਵਿੱਚ ਸੈਨਿਕ ਤਾਨਾਸ਼ਾਹੀ ਖਤਮ ਹੋਈ ਸੀ ਅਤੇ ਲੋਕਤੰਤਰ ਪ੍ਰਣਾਲੀ ਅਪਣਾਈ ਗਈ। ਜੇ ਅਸੀਂ ਨੇਪਾਲ ਦੀ ਗੱਲ ਕਰੀਏ ਤਾਂ ਨੇਪਾਲ ਦੇ ਰਾਜਿਆਂ ਨੇ ਜਿਹੜੀਆਂ ਆਪਣੀਆਂ ਬਹੁਤ ਸਾਰੀਆਂ ਸ਼ਕਤੀਆਂ ਸੀ ਜਨਤਾ ਦੇ ਚੁਣੇ ਹੋਏ ਲੀਡਰਾਂ ਨੂੰ ਸੌਂਪ ਦਿੱਤੀਆਂ ਸੀ, ਪਰ 1999 ਵਿੱਚ ਪਾਕਿਸਤਾਨ ਵਿੱਚ ਫਿਰ ਜਿਹੜੀ ਸੱਤਾ ਜੀ ਤਾਨਾਸ਼ਾਹ ਜਿਹੜਾ ਸੀ ਪਰਵੇਜ਼ ਮੁਸ਼ੱਰਫ ਦੇ ਹੱਥਾਂ ਵਿੱਚ ਚਲੀ ਗਈ ਸੀ। 2005 ਦੇ ਵਿੱਚ ਨੇਪਾਲ ਦੇ ਨਵੇਂ ਰਾਜੇ ਨੇ ਚੁਣੀ ਹੋਈ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਸੀ ਅਤੇ ਲੋਕਾਂ ਦੀ ਜਿਹੜੀ ਰਾਜਨੀਤਿਕ ਆਜ਼ਾਦੀ ਵਾਪਸ ਲਈ ਸੀ, ਜਿਹੜੀ ਕਿ ਲੋਕਾਂ ਨੇ ਪਹਿਲਾਂ ਜਿਹੜੀ ਸੀ ਉਹ ਪ੍ਰਾਪਤ ਕੀਤੀ ਸੀ। ਤਾਂ ਇਹ ਜੇ ਅਸੀਂ ਗੱਲ ਕਰੀਏ ਤਾਂ ਪਿਛਲੇ 100 ਸਾਲਾਂ ਦੇ ਵਿੱਚ ਜਿਹੜਾ ਇਹ ਰੁਝਾਨ ਤੋਂ ਪਤਾ ਲੱਗਦਾ ਕਿ ਸਾਰੇ ਦੇਸ਼ਾਂ ਵਿੱਚ ਲੋਕਤੰਤਰ ਦੀ ਸਥਾਪਨਾ ਹੋ ਚੁੱਕੀ ਸੀ। ਸੰਨ 2005 ਵਿੱਚ ਜਿਹੜੇ ਸੀਗੇ 140 ਦੇਸ਼ਾਂ ਵਿੱਚ ਲਗਭਗ ਚੋਣ ਹੋਈ ਸੀ, ਜਿਨ੍ਹਾਂ ਵਿੱਚ ਕਈ ਰਾਜਨੀਤਿਕ ਦਲਾਂ ਨੇ ਚੋਣਾਂ ਵਿੱਚ ਭਾਗ ਲਿਆ ਸੀ। 1980 ਤੋਂ ਬਾਅਦ ਲਗਭਗ 80 ਦੇਸ਼ਾਂ ਨੇ ਜਿਹੜੇ ਕਿ ਲੋਕਤੰਤਰ ਸ਼ਾਸਨ ਪ੍ਰਣਾਲੀ ਨੂੰ ਅਪਣਾ ਲਿਆ ਸੀਗਾ। ਪਰ ਦੁਨੀਆ ਦੇ ਅਜੇ ਵੀ ਬਹੁਤ ਸਾਰੇ ਦੇਸ਼ ਇਹੋ ਜਿਹੇ ਜਿੱਥੇ ਲੋਕਾਂ ਨੂੰ ਆਪਣੀ ਰਾਏ ਪ੍ਰਗਟਾਉਣ ਦਾ ਅਧਿਕਾਰ ਨਹੀਂ, ਉਹ ਆਪਣੇ ਨੇਤਾ ਨਹੀਂ ਚੁਣ ਸਕਦੇ। ਅਜਿਹਾ ਹੀ ਦੇਸ਼ ਜਿਹੜਾ ਹੈਗਾ ਉਹ ਮਿਆਂਮਾਰ ਹੈ। ਮਿਆਂਮਾਰ ਦੇ ਵਿੱਚ, ਜਿਸ ਨੂੰ ਪਹਿਲਾਂ ਬਰਮਾ ਕਹਿੰਦੇ ਨੇ, ਇਹ ਦੇਸ਼ ਜਿਹੜਾ ਹੈਗਾ ਬਸਤੀਵਾਦ ਤੋਂ 1948 ਵਿੱਚ ਆਜ਼ਾਦ ਹੋਇਆ ਸੀ ਅਤੇ ਲੋਕਤੰਤਰੀ ਦੇਸ਼ ਬਣਿਆ ਸੀ। ਪਰ 1962 ਵਿੱਚ ਲੋਕਤੰਤਰੀ ਸ਼ਾਸਨ ਜਿਹੜਾ ਹੈਗਾ ਇੱਥੇ ਖਤਮ ਹੋਇਆ। ਦੇਸ਼ ਵਿੱਚ ਸੈਨਿਕ ਤਾਨਾਸ਼ਾਹੀ ਸਥਾਪਿਤ ਹੋਈ ਸੀ ਅਤੇ 1990 ਵਿੱਚ ਲਗਭਗ 30 ਸਾਲ ਬਾਅਦ ਚੋਣਾਂ ਕਰਵਾਈਆਂ। ਤਾਂ ਰਾਸ਼ਟਰੀ ਲੋਕਤੰਤਰੀ ਲੀਗ, ਜਿਸ ਦੀ ਅਗਵਾਈ ਸੂ ਕੀ ਨੇ ਕੀਤੀ ਸੀਗੀ, ਇਹਨੇ ਚੋਣਾਂ ਵਿੱਚ ਜਿੱਤ ਹਾਸਲ ਕੀਤੀ, ਪਰ ਸੈਨਿਕ ਤਾਨਾਸ਼ਾਹ ਨੇ ਸੱਤਾ ਛੱਡਣ ਤੋਂ ਇਨਕਾਰ ਕਰ ਦਿੱਤਾ ਸੀਗਾ ਅਤੇ ਚੋਣ ਨਤੀਜਿਆਂ ਨੂੰ ਨਕਾਰ ਦਿੱਤਾ ਸੀ। ਤਾਂ ਲੋਕਤੰਤਰਤਾ ਦੇ ਸਮਰਥਕਾਂ ਨੇ ਸੂ ਕੀ ਨੂੰ ਬੰਦੀ ਬਣਾ ਲਿਆ। ਲੋਕਤੰਤਰ ਦਾ ਸਮਰਥਕ ਸੂ ਕੀ ਨੂੰ ਬੰਦੀ ਬਣਾ ਲਿਆ ਗਿਆ ਸੀਗਾ ਅਤੇ ਬੰਦੀ ਬਣਾਉਣ ਦੇ ਬਾਵਜੂਦ ਵੀ ਸੂ ਕੀ ਨੇ ਲੋਕਤੰਤਰ ਲਈ ਸੰਘਰਸ਼ ਜਾਰੀ ਰੱਖਿਆ ਸੀ। ਇਸ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਵੀ ਮਿਲੀ ਸੀ ਅਤੇ ਸੂ ਕੀ ਨੂੰ ਸ਼ਾਂਤੀ ਲਈ ਨੋਬਲ ਪੁਰਸਕਾਰ ਵੀ ਮਿਲਿਆ ਸੀ। ਅਜੇ ਤੱਕ ਵੀ ਲੋਕ ਮਿਆਂਮਾਰ ਦੇ ਵਿੱਚ ਲੋਕਤੰਤਰ ਦੀ ਸਥਾਪਨਾ ਲਈ ਹੁਣ ਵੀ ਜਿਹੜਾ ਹੈਗਾ ਉਹ ਸੰਘਰਸ਼ ਕਰ ਰਹੇ ਹਨ। ਤਾਂ ਅਸੀਂ ਅੱਗੇ ਗੱਲ ਕਰਾਂਗੇ ਅੰਤਰਰਾਸ਼ਟਰੀ ਪੱਧਰ 'ਤੇ ਲੋਕਤੰਤਰ ਦੀ ਸਥਾਪਨਾ ਦੀ। ਜੇ ਅਸੀਂ ਗੱਲ ਕਰੀਏ ਤਾਂ ਅਸੀਂ ਚਰਚਾ ਕਰਦੇ ਹਾਂ ਅੰਤਰਰਾਸ਼ਟਰੀ ਪੱਧਰ 'ਤੇ ਕੋਈ ਲੋਕਤੰਤਰੀ ਸਰਕਾਰ ਵੀ ਕੀ ਕੰਮ ਕਰ ਰਹੀ ਹੈ ਜਾਂ ਨਹੀਂ। ਕੀ ਅਜਿਹੀ ਕੋਈ ਸਰਕਾਰ ਹੈਗੀ ਜਿਹੜੀ ਸਾਰੀ ਦੁਨੀਆ ਦੇ ਦੇਸ਼ ਜਿਹਦਾ ਕਹਿੰਦਾ ਮੰਨਦੇ ਨੇ? ਤਾਂ ਦੁਨੀਆ ਦੇ ਕੁਝ ਅਜਿਹੇ ਸਥਾਨ ਜਿਨ੍ਹਾਂ ਉੱਤੇ ਕਿਸੇ ਵੀ ਦੇਸ਼ ਦਾ ਅਧਿਕਾਰ ਨਹੀਂ ਹੈਗਾ, ਅਜਿਹੀਆਂ ਥਾਵਾਂ ਦੇ ਪ੍ਰਬੰਧ ਲਈ ਕਿਹੜੀ ਸਰਕਾਰ ਕਾਨੂੰਨ ਬਣਾਉਂਦੀ ਹੈ? ਕੀ ਅਜਿਹੀਆਂ ਸਰਕਾਰਾਂ ਦੀ ਜਿਹੜੀ ਕਾਰਜਸ਼ੀਲਤਾ ਹੈ ਉਹ ਲੋਕਤੰਤਰੀ ਹੈ? ਇਹ ਸਾਰੇ ਜਿਹੜੇ ਪ੍ਰਸ਼ਨ, ਇਹਨਾਂ ਦੇ ਅਸੀਂ ਹੱਲ ਲੱਭਣ ਲਈ, ਇਹਨਾਂ ਦੇ ਉੱਤਰ ਲੱਭਣ ਲਈ ਅੱਗੇ ਗੱਲ ਕਰਦੇ ਹਾਂ। ਤਾਂ ਇਹ ਦੁਨੀਆ ਦੇ ਵਿੱਚ ਕੋਈ ਅਜਿਹੀ ਸਰਕਾਰ ਨਹੀਂ ਹੈਗੀ ਜਿਹੜੀ ਕਿ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਹੁਕਮ ਦੇ ਸਕੇ, ਪਰ ਅੰਤਰਰਾਸ਼ਟਰੀ ਪੱਧਰ 'ਤੇ ਕੁਝ ਅਜਿਹੀਆਂ ਸੰਸਥਾਵਾਂ, ਸਰਕਾਰ ਕੋਈ ਨਹੀਂ ਹੈਗੀ, ਪਰ ਅੰਤਰਰਾਸ਼ਟਰੀ ਪੱਧਰ 'ਤੇ ਕੁਝ ਅਜਿਹੀਆਂ ਸੰਸਥਾਵਾਂ ਜ਼ਰੂਰ ਨੇ ਜਾਣੀ ਕਿ ਦੁਨੀਆ ਵਿੱਚ ਸ਼ਾਂਤੀ ਕਾਇਮ ਰੱਖਣ, ਦੁਨੀਆ ਦੇ ਦੇਸ਼ਾਂ ਦੀ ਸੁਰੱਖਿਆ ਨੂੰ ਨਿਸ਼ਚਿਤ ਬਣਾਉਣ, ਸ਼ਾਂਤੀ ਲਈ ਦੁਨੀਆ ਦੇ ਦੇਸ਼ਾਂ ਦੀ ਸੁਰੱਖਿਆ ਜਿਹੜੀ ਹੈਗੀ ਉਹਨੂੰ ਨਿਰਧਾਰਿਤ ਕਰਨ ਲਈ, ਨਿਸ਼ਚਿਤ ਕਰਨ ਲਈ ਅਤੇ ਗਰੀਬ ਦੇਸ਼ਾਂ ਨੂੰ ਆਰਥਿਕ ਸਹਾਇਤਾ ਦੇਣ ਲਈ। ਇਸ ਤੋਂ ਇਲਾਵਾ ਦੁਨੀਆ ਵਿੱਚ ਵਾਤਾਵਰਨ ਨੂੰ ਪੈਦਾ ਹੋਏ ਖਤਰੇ ਨੂੰ ਜਿਹੜਾ ਰੋਕਣ ਲਈ, ਅਨਿਆਂ ਕਿਤੇ ਚੱਲ ਰਿਹਾ ਤਾਂ ਅਨਿਆਂਪੂਰਨ ਢੰਗ ਨਾਲ ਇੱਕ ਦੇਸ਼ ਤੇ ਦੂਜੇ ਦੇਸ਼ ਉੱਤੇ ਹਮਲੇ ਨੂੰ ਰੋਕਣ ਲਈ, ਅਤੇ ਦੁਨੀਆ ਵਿੱਚ ਸਮਾਜਿਕ ਸਮਾਨਤਾ, ਸਮਾਜਿਕ ਬੇਦਾਰੀ ਲਿਆਉਣ ਲਈ, ਅਤੇ ਇਹਦੇ ਲਈ ਯਤਨਸ਼ੀਲ। ਅਸੀਂ ਇੱਥੇ ਵੀ ਇਸ ਪਾਠ ਦੇ ਵਿੱਚ ਜਾਣਾਂਗੇ ਕਿ ਇਹਨਾਂ ਅੰਤਰਰਾਸ਼ਟਰੀ ਸੰਸਥਾਵਾਂ ਦੀ ਕਾਰਜਸ਼ੀਲਤਾ ਜਿਹੜੀ ਹੈਗੀ ਉਹ ਲੋਕਤੰਤਰੀ ਸਿਧਾਂਤ 'ਤੇ ਆਧਾਰਿਤ ਹੈ ਕਿ ਨਹੀਂ। ਤਾਂ ਸੰਯੁਕਤ ਰਾਸ਼ਟਰ ਸੰਘ ਦੀ ਅਸੀਂ ਉਦਾਹਰਨ ਲੈਂਦੇ ਹਾਂ, ਤਾਂ ਇਹ ਇੱਕ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਹੈ। ਹੁਣ ਤੱਕ ਇਸ ਦੇ 193 ਦੇਸ਼ ਜਿਹੜੇ ਹੈਗੇ ਆ ਉਹ ਮੈਂਬਰ ਨੇ। ਇਸ ਦੀ ਇੱਕ ਪਾਰਲੀਮੈਂਟ ਹੈ ਜਿਸ ਵਿੱਚ ਹਰ ਦੇਸ਼ ਨੂੰ ਇੱਕ ਵੋਟ ਅਤੇ ਇੱਕ ਬਰਾਬਰ ਦਾ ਮਤ ਦਾ ਅਧਿਕਾਰ ਮਿਲਿਆ ਹੋਇਆ। ਇਸ ਪਾਰਲੀਮੈਂਟ ਨੂੰ ਮਹਾਸਭਾ ਦਾ ਨਾਂ ਦਿੱਤਾ ਹੋਇਆ। ਇਸ ਦੇ ਵਿੱਚ ਸਾਰੇ ਦੇਸ਼ ਜਿਹੜੇ ਹੈਗੇ ਮੈਂਬਰ ਦੁਨੀਆ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰੇ ਵਿੱਚ ਭਾਗ ਲੈਂਦੇ ਨੇ। ਮਹਾਸਭਾ ਦਾ ਇੱਕ ਪ੍ਰਧਾਨ ਹੁੰਦਾ। UN ਦਾ ਇੱਕ ਦਫ਼ਤਰ ਹੀ ਹੈ ਜਿਸ ਨੂੰ ਸਕੱਤਰੇਤ ਕਹਿੰਦੇ ਨੇ। ਸਕੱਤਰੇਤ ਦੇ ਮੁਖੀ ਨੂੰ ਮਹਾਸਕੱਤਰ ਜਾਂ ਸੈਕਟਰੀ ਜਨਰਲ ਕਿਹਾ ਜਾਂਦਾ। ਤਾਂ ਮੀਟਿੰਗਾਂ ਦੀ ਕਾਰਵਾਈ ਜਿਹੜਾ ਹੈਗਾ ਉਹ ਸੈਕਟਰੀ ਜਨਰਲ ਦੀ ਰੇਖ ਹੇਠ ਵਿੱਚ ਹੁੰਦੀ ਹੈ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਫੈਸਲੇ ਮੈਂਬਰਾਂ ਦੀ ਸਲਾਹ ਨਾਲ ਹੀ ਲਏ ਜਾਂਦੇ ਨੇ। ਮਹਾਸਭਾ ਦੀ ਜਿਹੜੀ ਕਾਰਜਸ਼ੀਲਤਾ ਹੈ ਉਹ ਲੋਕਤੰਤਰੀ ਲੱਗਦੀ ਹੈ, ਪਰ ਮਹਾਸਭਾ ਦੇਸ਼ਾਂ ਵਿਚਕਾਰ ਝਗੜਿਆਂ ਸੰਬੰਧੀ ਕੋਈ ਫੈਸਲਾ ਨਹੀਂ ਲੈ ਸਕਦੀ ਕਿਉਂਕਿ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਅਜਿਹੇ ਝਗੜਿਆਂ ਨੂੰ ਨਿਪਟਾਉਣ ਲਈ ਫੈਸਲੇ ਲੈਂਦੀ ਹੈ। ਸੁਰੱਖਿਆ ਪ੍ਰੀਸ਼ਦ ਦੇ 15 ਮੈਂਬਰ ਨੇ, ਜਿਨ੍ਹਾਂ ਵਿੱਚ 5 ਜਿਹੜੇ ਹੈਗੇ ਉਹ ਪੱਕੇ ਜਾਂ ਸਥਾਈ ਮੈਂਬਰ ਨੇ ਅਤੇ 10 ਅਸਥਾਈ ਮੈਂਬਰ ਨੇ। ਅਸਥਾਈ ਮੈਂਬਰ ਜਿਹੜੇ ਕੱਚੇ ਮੈਂਬਰ ਹੈਗੇ, ਅਸਥਾਈ ਮੈਂਬਰ ਦਾ ਅਹੁਦਾ 2 ਸਾਲ ਲਈ ਹੁੰਦਾ, ਜਿਹੜਾ ਕਿ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਿੱਚ ਘੁੰਮਦਾ ਰਹਿੰਦਾ। ਤਾਂ ਭਾਰਤ ਵੀ ਸੁਰੱਖਿਆ ਪ੍ਰੀਸ਼ਦ ਦੇ ਕਈ ਵਾਰੀ ਅਸਥਾਈ ਮੈਂਬਰ ਰਹਿ ਚੁੱਕਿਆ। ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਫਰਾਂਸ ਅਤੇ ਚੀਨ, ਇਹ ਜਿਹੜੇ 5 ਦੇਸ਼ ਹਨ। ਸੰਯੁਕਤ ਰਾਜ ਅਮਰੀਕਾ, ਇੰਗਲੈਂਡ,
रूस, फ्रांस ते चीन ये सुरक्षा परिषद के स्थाई मैंबर ने। इन्हां 5 मैंबरां कोल वीटो शक्ति है। वीटो शक्ति का जिहड़ा भाव है वो की हुंदा है, तां वीटो शक्ति का भाव यह है कि इन्हां कोल ना कहण दी शक्ति है। जेकर 5 मैंबरां विच कोई एक भी देश वीटो की वरतों करता है, मतलब किसी गल नूं ना कह दिंदा है, तो मता पास नहीं हो सकता। सुरक्षा परिषद दुनिया में शांति ते सुरक्षा स्थापित करने लई जिम्मेवार है। सुरक्षा परिषद एक दूजे दे देश उपर हमलिਆਂ ਨੂੰ रोकण ਦਾ यतन करती है। ਜਿਹੜੇ देश गलती करता है तो उस विरुद्ध ਇਹਦੇ देशों के मैंबरां ਦੀ ਉਹਦੀ मतलब सैना द्वारा कार्रवाई भी की जाती है। तो संयुक्त राष्ट्र के प्रबंध ਨੂੰ ਚਲਾਉਣ ਲਈ संयुक्त राज अमरीका सब तो महत्वपूर्ण ਜਿਹੜਾ ਹੈਗਾ ਉਹ ਭੂਮਿਕਾ अदा करता है। तो असी देखा कि जिहड़ा संयुक्त राष्ट्र संघ है UN जिहड़ी हैगी है, संयुक्त राष्ट्र संघ जिहड़ी हैगी इहदा अंतरराष्ट्रीय मुद्रा कोष इस तो इलावा एक होर है। तो UN संस्था का जन्म 24 अक्तूबर 1945 में होया सी, जिसका मुढ़ले 51 मैंबर सन। तो भारत भी संयुक्त राष्ट्र का मुढ़ला मैंबर है। असी अगे गल करांगे अंतरराष्ट्रीय पद्धर की एक होर संस्था की, जिसका नाम है अंतरराष्ट्रीय मुद्रा कोष। ये जिहड़ी असी अंतरराष्ट्रीय पद्धर की एक होर संस्था जिहदी गल कर रहे हैं, नाम है IMF इंटरनेशनल मॉनीटरी फंड। तो ये जिहड़ी संस्था है दुनिया भर के देशों को करजे देने का काम करती है। इस संस्था के 188 देश मैंबर ने। सारे मैंबर देशों को बराबर का जिहड़ा हैगा वो अधिकार नहीं, वोट का अधिकार नहीं हैगा बराबर का। तो हर एक मैंबर देश की वोट उस द्वारा इस संस्था को दी गई है, राशि के अनुसार निश्चित की जाती है। अंतरराष्ट्रीय मुद्रा कोष की 52% वोट शक्ति केवल 10 देशों को है। इन्होंने देशों में संयुक्त राज्य अमरीका, जापान, जर्मनी, फ्रांस, इंग्लैंड, चीन, इटली, सऊदी अरब, कनेडा ते रूस हैं। बाकी के जोड़े 178 देश हैं, इन्हों को वोट की शक्ति घट है। इस करके इन्होंने 178 देशों की अंतरराष्ट्रीय मुद्रा कोष में फैसले लैन की बहुत घट भूमिका होंदी है। तीजी वड्डी संस्था जिहड़ी हैगी है वो जिवें तुसीं देख रहे हो कि संसार बैंक है, वर्ल्ड बैंक है। इसकी व्यवस्था भी अंतरराष्ट्रीय मुद्रा कोष की तरह ही है। संसार बैंक का प्रधान हमेशा संयुक्त राज्य अमरीका के नागरिक ही बनाया जाता है। तो हुण अगे असीं विचार करते हैं कि जिहड़ियां संस्थावां दे कामकाज का ढंग लोकतंत्री है जां नहीं। तो मान लो किसी सरकार के मंत्रीमंडल में 5 मंत्रियों नूं वीटो शक्ति दी जाए, तो ये मंत्रीमंडल के फैसलों को रद्द कर सकन, ताकि अजिही सरकार नूं लोकतंत्री कहांगे। तो जेकर किसी देश के संसद में कुछ मैंबर की वीटो शक्ति दूजे मैंबरों तो ज़्यादा होवे कर दी जाए, ताकि अजिही संसद को असीं लोकतंत्री कहांगे। तो ज़्यादातर अंतरराष्ट्रीय संस्थावां लोकतंत्र के सिद्धांतां ते खरियां नहीं उतरदियां हैगियां। जेकर अंतरराष्ट्रीय संस्थावां लोकतंत्री नहीं हैं, तो कि ये संस्थावां पहलां नालों वधेरे लोकतंत्री बन रही हैं। इत्थों भी सानूं कोई उत्साहजनक जिहड़ी हैगी जां ठोस सबूत नहीं मिलता हैगा। दरअसल जिमें जिमें दुनिया के देश जिहड़े हैगे लोकतंत्री बने, तिवें तिवें अंतरराष्ट्रीय संस्थावां घट लोकतंत्र बन रही हैं। अज दे कोई 27 साल पहलां दुनिया में 2 महाशक्तियां संयुक्त राज्य अमरीका ते साबका सोवियत संघ सी। इन्हां 2 महाशक्तियां कारण संसार में अंतरराष्ट्रीय संस्थावां का संतुलन बनिया रहा। पर 91 विच सोवियत संघ के विघटन जिहड़ा होया, संयुक्त राज्य अमरीका ही महासभा जिहड़ी सीगी महाशक्ति बन गया। अमरीका की दादागिरी अंतरराष्ट्रीय संस्थावां के कामकाज नूं भी प्रभावित कर रही है। तो दुनिया के शक्तिशाली देश जिहड़े हैगे अनलोकतंत्री देशों में लोकतंत्र स्थापित करने लई सैनिक कार्रवाइयां करते हैं। उन्हां देशों में अपने जिहड़े हैगे उन्हां देशों में अपने पसंद की सरकार की स्थापना कर रहे हैं। ये अजिहा करना लोकतंत्रिक है नहीं, बिल्कुल ही नहीं हैगा। हिंसात्मक साधना द्वारा लोकतंत्र की स्थापना करना लोकतंत्री सिद्धांत के विरुद्ध है। अगला प्रश्न ये भी तुसी उठा सकते हो कि सैनिक कार्रवाई द्वारा किसी अनलोकतंत्री देश में लोकतंत्र की स्थापना होने नाल उस देश में लोकतंत्र लंबा समा तक चल ही नहीं सकता हैगा। जिस देश के लोग लोकतंत्र की स्थापना लिए संघर्ष कर रहे होन, उत्थों के लोगों की मदद करना लोकतंत्री है जां नहीं। तो इन्हां प्रश्नों के उत्तर जानने की भी असीं गल करते हैं। तो एक असी इराक की उदाहरण लैने आ। इराक पश्चिमी एशिया का देश है। ये 1932 के विच ब्रिटिश बस्तीवाद तो आज़ाद होया सी। 3 दहाकियां बाद सैनिक अफसरों द्वारा सत्ता पलटन दी कई कार्रवाइयां हुई। तो 1968 तक इराक में अरब सोशलिस्ट पार्टी का राज रहा सी। इस तो बाद जिहड़ा सीगा इस पार्टी की अगवाई सद्दाम हुसैन ने की, पार्टी को साजिश द्वारा सत्ता में लिया। इस पार्टी ने कई परंपरागत इस्लामिक कानूनों को खत्म किया। तो इस्त्रियों को वोट का अधिकार तो कई तरह दी आज़ादियां दित्तियां गईयां जिहड़ियां कि होर इस्लामिक देशों में नहीं सन। तो सद्दाम हुसैन जिहड़ा सी 1979 के इराक का राष्ट्रपति बनया तो एक तानाशाह की तरह सरकार चलाउण लग पिया। कहा जाता है कि उसने अपने बहुत सारे विरोधियों को मौत के घाट भी उतारिया सीगा, जिहड़े कि घट नस्लों के लोगों का कतलेआम किया सी। तो ये सी साडा पाठ जिहड़ा हैगा वर्तमान लोकतंत्र का विकास, वर्तमान लोकतंत्र का इतिहास, विकास ते विस्तार।